ਪਤਾ ਹੁੰਦਾ ਕਿ ਇਹਦੇ ਨਾਲ ਦੀ ਡਰੈਸ ਹੁਣ ਕਿਸੇ ਹੋਰ ਨੇ ਨਹੀਂ ਪਾਈ ਹੋਣੀ ਹੈਗੀ। ਕਈ ਗੰਭੀਰ ਮੁੱਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹਾਸੇ ਟੱਟੇ ਦੇ ਵਿੱਚ ਵੀ ਲੈ ਲੈਂਦੇ ਆ, ਪਰ ਕਦੇ-ਕਦੇ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਜਿਹੜੇ ਇਹ ਵਿਸ਼ੇ ਨੇ ਇਹ ਵੀ ਚਰਚਾ ਮੰਗਦੇ ਨੇ। ਇਹ ਸੀਗਾ ਨਾ ਹਰਜੀਤ ਭੈਣ ਕਿ ਸਾਡੀਆਂ ਖੁਆਇਸ਼ਾਂ ਤੇ ਸਾਡੀਆਂ ਜ਼ਰੂਰਤਾਂ ਅਲੱਗ-ਅਲੱਗ ਸੀ, ਪਰ ਹੁਣ ਅਸੀਂ ਕੀ ਕੀਤਾ ਹੈ ਕਿ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਹੀ ਆਪਣੀ ਜ਼ਰੂਰਤ ਬਣਾ ਲਿਆ ਹੈ। ਕਿਸੇ ਹੋਰ ਦਾ ਰੰਗ ਜਾਂ ਸੂਟ ਦਾ ਢੰਗ ਮੇਰੇ ਨਾਲ ਮੈਚ ਨਾ ਕਰਦਾ ਹੋਵੇ। ਇਹਨਾਂ ਚੀਜ਼ਾਂ ਦੇ ਸਟ੍ਰੈਸ ਜਿਹੜੇ ਨੇ ਅਸੀਂ ਆਪ, ਜਿਹਨੂੰ ਕਹਿੰਦੇ ਹੁੰਦੇ ਨਾ ਕਿ ਆ ਬੈਲ ਮੁਝੇ ਮਾਰ, ਹਾਂ, ਸੋ ਅਸੀਂ ਆਪ ਵਾਜਾ ਮਾਰ ਕੇ ਕੁਝ ਇਸ ਤਰ੍ਹਾਂ ਦੇ ਸਟ੍ਰੈਸ ਜਿਹੜੇ ਉਹ ਪਾਲ ਲਏ। ਸਾਡੀ ਇਸ ਗੱਲਬਾਤ ਨਾਲ ਹੋਰ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਸਾਡੇ ਬੰਦੇ ਜਿਹੜੇ ਆ, ਮਰਦ ਜਿਹੜੇ ਆ, ਉਹ ਜ਼ਰੂਰ ਸਹਿਮਤ ਹੋਣਗੇ ਕਿ ਬਿਲਕੁਲ ਸਹੀ ਗੱਲ ਕਰ ਰਹੇ ਨੇ। ਪਹਿਲਾਂ ਹੀ ਸੋਚ ਕੇ ਬੀਪੀ ਲੋ ਹੋਇਆ ਹੁੰਦਾ ਆ ਕਿ ਪਾਉਣਾ ਕੀ ਆ, ਹੈਨਾ। ਤੁਹਾਨੂੰ ਯਾਦ ਹੋਣਾ ਜਸਪ੍ਰੀਤ, ਪੁਰਾਣੇ ਵਿਆਹਾਂ ਦੇ ਵਿੱਚ ਵੀ ਲੋਕਾਂ ਦੇ ਲਈ, ਆਂਡੀਆਂ ਗਵਾਂਡੀਆਂ ਲਈ, ਸ਼ਰੀਕੇ ਲਈ ਵਿਖਾਲਾ ਪਾਉਂਦੇ ਹੁੰਦੇ ਸੀ ਕਿ ਹਾਂਜੀ ਨਾਨਕ ਸ਼ੱਕ ਆਈ ਆ, ਹਾਂ, ਤੇ ਇਹ ਚੀਜ਼ਾਂ ਲੈ ਕੇ ਆਪਣੇ ਵਿਆਹ ਹੋਏ ਨੇ ਉਦੋਂ ਵੀ ਫੋਟੋ ਸ਼ੂਟ ਹੁੰਦਾ ਜ਼ਰੂਰ ਸੀ, ਪਰ ਜਿਵੇਂ ਪ੍ਰੀ ਵੈਡਿੰਗ ਸ਼ੂਟ ਨਹੀਂ ਸੀ ਹੁੰਦਾ। ਵਿਆਹ ਵਾਲੇ ਦਿਨ ਹੀ ਸਾਡੇ ਪੋਜ਼ ਬਣ ਜਾਂਦੇ ਸੀ ਨਾ, ਹਾਂਜੀ, ਇੱਧਰ ਨੂੰ ਹੱਥ ਕਰਕੇ ਤੇ ਕਾਂਟੇ ਫੜ ਕੇ ਬਸ। ਜੀ ਜੀ, ਆਪਣੀ ਲਾਈਫ ਦੇ ਵਿੱਚ ਹਰ ਕੁੜੀ ਤੇ ਮੁੰਡਾ ਹੀਰੋ ਹੀਰੋਇਨ ਹੁੰਦੇ ਨੇ। ਅੱਗੇ ਜਾ ਕੇ ਸਿਰਫ ਖੂਬੀਆਂ ਹੀ ਨਾ ਪਤਾ ਹੋਣ ਉਹਨਾਂ ਨੂੰ, ਇੱਕ ਦੂਜੇ ਦੀਆਂ ਉਹਨਾਂ ਨੂੰ ਕਮੀਆਂ ਨੂੰ ਵੀ ਪਤਾ ਹੋਵੇ, ਇੱਕ ਦੂਜੇ ਦੀਆਂ ਕਮੀਆਂ ਦਾ ਪਤਾ ਹੋਵੇ, ਤੇ ਮੇਰੇ ਖਿਆਲ ਹੈ ਕਿ ਦੋਨੋਂ ਕੁੜੀ ਤੇ ਮੁੰਡਾ ਇੱਕ ਦੂਜੇ ਦੇ ਪੂਰਕ ਬਣ ਕੇ ਟੱਕਰਨ, ਬਿਲਕੁਲ, ਤੇ ਉਹਨਾਂ ਦੀ ਜ਼ਿੰਦਗੀ ਕਾਫੀ ਸੁਖਾਲੀ ਜੀ ਬਿਲਕੁਲ। ਬਹੁਤ ਘਰ ਟੁੱਟਦੇ ਵੀ ਨੇ, ਆਪਾਂ ਦੇਖੇ ਨੇ ਹਨਾ, ਕਿਸੇ ਨਾ ਕਿਸੇ ਗੱਲ ਕਰਕੇ, ਤੇ ਫਿਰ ਉਹ ਫੋਟੋਆਂ ਸਾਂਭਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ, ਹਨਾ। ਨਾ ਬੰਦਾ ਡਿਲੀਟ ਕਰਨ ਜੋਗਾ ਤੇ ਨਾ ਹੀ ਰੱਖਣ ਜੋਗਾ ਕਿ ਪੈਸਾ ਇੰਨਾ ਲੱਗਾ ਹੁੰਦਾ ਉਹਦੇ ਤੇ। ਉਹੀ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਖੂਬਸੂਰਤ ਹੋਣ। ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਹੈ, ਉੱਥੇ ਤੁਹਾਡੇ ਨਾਲ ਜੁੜਿਆ ਹੋਇਆ ਹਰ ਇਨਸਾਨ ਜਿਹੜਾ ਦਿਲੋਂ ਤੁਹਾਡੀ ਖੁਸ਼ੀ ਦੇਖ ਕੇ ਖੁਸ਼ ਨਹੀਂ ਹੋ ਰਿਹਾ ਹੁੰਦਾ। ਬਿਲਕੁਲ। ਪੰਜਾਬੀ ਵਾਈਬਸ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜਸਪ੍ਰੀਤ ਕੌਰ ਤੇ ਮੇਰੇ ਨਾਲ ਹਰਜੀਤ ਭੈਣ। ਅਸੀਂ ਆਪਣਾ ਅਗਲਾ ਪੋਡਕਾਸਟ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋਏ ਹਾਂ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਸਪ੍ਰੀਤ, ਮੈਂ ਦੇਖ ਰਹੀ ਸੀ ਕਿ ਤੁਹਾਡਾ ਸੂਟ ਬੜਾ ਸੋਹਣਾ ਆ, ਰੰਗ ਵੀ ਬੜਾ ਸੋਹਣਾ ਜੱਚ ਰਿਹਾ ਤੇ ਬਣਿਆ ਵੀ ਬਹੁਤ ਸੋਹਣਾ ਹੋਇਆ। ਥੈਂਕ ਯੂ ਸੋ ਮਚ ਭੈਣੇ। ਸੂਟਾਂ ਦੀ ਗੱਲ ਕਰਾਂ ਨਾ, ਮੈਂ ਆਪਣੇ ਸਾਰੇ ਸੂਟ ਇੱਕ ਤਰਨਤਾਰਨ ਬੁਟੀਕ ਆ ਉਹਨਾਂ ਕੋਲੋਂ ਮੰਗਾਉਣੀ ਹੁੰਦੀ ਆ ਨਾ। ਅੱਛਾ। ਮਹਿੰਗਾ ਤਾਂ ਜ਼ਰੂਰ ਆ, ਥੋੜਾ ਮਹਿੰਗੇ ਹੁੰਦੇ ਨੇ ਸੂਟ, ਪਰ ਕੀ ਆ ਨਾ ਕਿ ਬੁਟੀਕ ਪੀਸ ਹੁੰਦੇ ਨੇ, ਉਹ ਕਿਤੇ ਹੋਰੋਂ ਨਹੀਂ ਮਿਲਦੇ ਹੈਗੇ। ਤੇ ਉਹ ਸੂਟ ਤਾਂ ਸੂਟ, ਮੇਰੀਆਂ ਸਾਰੀਆਂ ਡਰੈਸਿਸ ਵੀ ਉਹਦੇ ਕੋਲੋਂ ਹੀ ਬਣ ਕੇ ਆਉਂਦੀਆਂ ਨੇ, ਤੇ ਪਤਾ ਹੁੰਦਾ ਕਿ ਇਹਦੇ ਨਾਲ ਦੀ ਡਰੈਸ ਹੁਣ ਕਿਸੇ ਹੋਰ ਨੇ ਨਹੀਂ ਪਾਈ ਹੋਣੀ ਹੈਗੀ। ਅੱਛਾ, ਵੇਖਣ ਵਾਲੇ ਨੂੰ ਪਤਾ ਲੱਗ ਗਿਆ ਹੋਣਾ ਹੈ, ਵੈਸੇ ਥੋੜਾ ਜਿਹਾ ਇਸ਼ਾਰਾ ਸੀ ਜਿਹੜਾ ਕੀਤਾ। ਨੋ ਡਾਊਟ ਗੱਲ ਹਾਸੇ 'ਚ ਸ਼ੁਰੂ ਹੋ ਗਈ, ਪਰ ਅੱਜ ਸਾਡੀ ਗੱਲਬਾਤ ਦਾ ਜਿਹੜਾ ਵਿਸ਼ਾ, ਕੋਸ਼ਿਸ਼ ਸਾਡੀ ਰਹੇਗੀ ਕਿ ਇਸ ਦੇ ਵਿੱਚ ਅਸੀਂ ਕੁਝ ਉਹ ਚੀਜ਼ਾਂ ਸਾਂਝੀਆਂ ਕਰੀਏ ਜਿਹੜੀਆਂ ਕਿ ਲੋਕ ਦਿਖਾਵੇ ਦੇ ਵਿੱਚ ਆ ਜਾਂਦੀਆਂ ਨੇ। ਮੇਰੇ ਖਿਆਲ ਹੈ ਕਿ ਸਾਡੇ ਇਸ ਵਿਸ਼ੇ ਦੇ ਵਿੱਚ 2-3 ਸਾਡੇ ਜਿਹੜੇ ਵਿਊਅਰਸ ਦੇ ਮੈਸੇਜ ਆਏ ਉਹ ਕਵਰ ਹੁੰਦੇ ਨੇ। ਜੀ ਬਿਲਕੁਲ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਇੰਟਰ ਰਿਲੇਟਡ ਹੁੰਦੀਆਂ ਨੇ। ਕਈ ਵਾਰੀ ਅਸੀਂ ਕਈ ਗੰਭੀਰ ਮੁੱਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹਾਸੇ ਟੱਟੇ ਦੇ ਵਿੱਚ ਵੀ ਲੈ ਲੈਂਦੇ ਹਾਂ, ਪਰ ਕਦੇ-ਕਦੇ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਜਿਹੜੇ ਇਹ ਵਿਸ਼ੇ ਨੇ ਇਹ ਵੀ ਚਰਚਾ ਮੰਗਦੇ ਨੇ। ਬਿਲਕੁਲ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਲੋਕ ਵਿਖਾਵੇ ਤੇ। ਜਿਹੜਾ ਲੋਕ ਵਿਖਾਵਾ ਹੁੰਦਾ, ਕਈ ਵਾਰ ਸਾਨੂੰ ਇੰਜ ਲੱਗਣ ਲੱਗ ਜਾਂਦਾ ਹੈ ਕਿ ਇਹ ਸਾਡੀ ਜ਼ਰੂਰਤ ਬਣ ਗਈ ਹੈ। ਬਿਲਕੁਲ ਜੀ। ਪਹਿਲਾਂ ਜਿਵੇਂ ਸੀਗਾ ਨਾ ਹਰਜੀਤ ਭੈਣ ਕਿ ਸਾਡੀਆਂ ਖੁਆਇਸ਼ਾਂ ਤੇ ਸਾਡੀਆਂ ਜ਼ਰੂਰਤਾਂ ਅਲੱਗ-ਅਲੱਗ ਸੀ, ਪਰ ਹੁਣ ਅਸੀਂ ਕੀ ਕੀਤਾ ਹੈ ਕਿ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਹੀ ਆਪਣੀ ਜ਼ਰੂਰਤ ਬਣਾ ਲਿਆ ਆ, ਕਿ ਸਾਨੂੰ ਲੱਗਦਾ ਹੈ ਕਿ ਉਹਨਾਂ ਤੋਂ ਬਿਨਾਂ ਤਾਂ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ, ਹੈਨਾ। ਸਹੀ, ਬਿਲਕੁਲ ਦਰੁਸਤ ਕਿਹਾ ਤੁਸੀਂ, ਕਿਉਂਕਿ ਜਿਵੇਂ ਅੱਜ ਕੱਲ੍ਹ ਅਸੀਂ ਗੱਲ ਵਿਆਹਾਂ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ। ਅਸੀਂ ਸੂਟਾਂ ਦੀ ਗੱਲ ਕੀਤੀ ਜੀ। ਸਾਡੇ ਵਿਊਅਰਸ ਵੀ ਜ਼ਰੂਰ ਐਗਰੀ ਕਰਦੇ ਹੋਣਗੇ ਇਸ ਗੱਲ ਦੇ ਲਈ ਕਿ ਜਦੋਂ ਅਸੀਂ ਕਿਸੇ ਵਿਆਹ ਦੇ ਵਿੱਚ ਜਾਣਾ ਹੁੰਦਾ, ਖਾਸ ਕਰਕੇ ਕਿਹਾ ਵੀ ਜਾਂਦਾ ਕਿ ਜਨਾਨੀਆਂ ਜ਼ਿਆਦਾ ਇਹ ਚੀਜ਼ ਨੂੰ ਜਿਹੜਾ ਉਹ ਸੀਰੀਅਸ ਲੈਂਦੀਆਂ ਨੇ। ਬੰਦਿਆਂ ਨੇ ਸ਼ਾਇਦ ਇੱਕੋ ਪੈਂਟ ਦੇ ਨਾਲ ਕੋਈ ਸ਼ਰਟ ਚੇਂਜ ਕਰਕੇ ਉਹ ਵਿਆਹ ਵੇਖ ਲਿਆ ਹੋਏ, ਜਾਂ ਕਿਸੇ ਹੋਰ ਵਿਆਹ ਦੇ ਵਿੱਚ ਵੀ ਉਹੀ ਪੈਂਟ ਕੋਟ ਸੂਟ ਉਹੀ ਪਾ ਲੈਣਗੇ, ਸ਼ਰਟ ਚੇਂਜ ਕਰ ਲੈਣਗੇ, ਟਾਈ ਤੇ ਪੱਗ ਚੇਂਜ ਕਰ ਲੈਣਗੇ। ਪਰ ਲੇਡੀਜ਼ ਦਾ ਇਹ ਬਹੁਤ ਜਿਹੜਾ ਫਿਕਰ ਹੁੰਦਾ ਉਹਨਾਂ ਨੂੰ, ਫਿਰ ਕਈ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਇਹ ਹੁੰਦਾ ਕਿ ਵੀ ਮੈਂ ਵਿਆਹ ਦੇ ਜਿਹੜੇ ਫੰਕਸ਼ਨ ਨੇ ਉਹਨਾਂ ਤੇ ਇੱਕ ਫੰਕਸ਼ਨ ਤੇ ਮੈਂ ਜੇ ਇਸ ਰੰਗ ਦਾ ਸੂਟ ਪਾ ਲਿਆ ਜਾਂ ਆਹ ਸਟਾਈਲ ਦਾ ਪਾ ਲਿਆ, ਤੇ ਸਭ ਤੋਂ ਪਹਿਲੀ ਗੱਲ ਕਿ ਵੀ ਮੈਂ ਰਿਪੀਟ ਨਹੀਂ ਕਰਨਾ। ਬਿਲਕੁਲ। ਦੂਜੀ ਗੱਲ ਇਹ ਵੀ ਕਿ ਕਿਸੇ ਹੋਰ ਦਾ ਰੰਗ ਜਾਂ ਸੂਟ ਦਾ ਢੰਗ ਮੇਰੇ ਨਾਲ ਮੈਚ ਨਾ ਕਰਦਾ ਹੋਵੇ।
ਬੜੀ ਮੈਨੂੰ ਲੱਗਦਾ ਵੀ ਇੱਕ ਸਟ੍ਰੈਸ ਹੁੰਦੀ ਹੈ ਸਾਨੂੰ ਇਸ ਚੀਜ਼ ਦੀ ਵੀ। ਸੋ ਆਲਰੇਡੀ ਇੰਨੀ ਤੇਜ਼ ਰਫ਼ਤਾਰ ਜ਼ਿੰਦਗੀ ਆ, ਅਸੀਂ ਇੰਨੇ ਜ਼ਿਆਦਾ ਸਟ੍ਰੈਸਫੁਲ ਲਾਈਫ ਦੇ ਵਿੱਚ ਆ, ਇਹਨਾਂ ਚੀਜ਼ਾਂ ਦੇ ਸਟ੍ਰੈਸ ਜਿਹੜੇ ਨੇ ਅਸੀਂ ਆਪ, ਜਿਹਨੂੰ ਕਹਿੰਦੇ ਹੁੰਦੇ ਨਾ ਕਿ ਆ ਬੈਲ ਮੁਝੇ ਮਾਰ, ਸੋ ਅਸੀਂ ਆਪ ਵਾਜਾ ਮਾਰ ਕੇ ਕੁਝ ਇਸ ਤਰ੍ਹਾਂ ਦੇ ਸਟ੍ਰੈਸ ਜਿਹੜੇ ਉਹ ਪਾਲ ਲਏ ਨੇ। ਇਹ ਚਿੰਤਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਆਪ ਹੀ ਸਹੇੜੀਆਂ ਹੋਈਆਂ ਨੇ। ਸੋ ਸਾਡੀ ਇਸ ਗੱਲਬਾਤ ਨਾਲ ਹੋਰ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਸਾਡੇ ਬੰਦੇ ਜਿਹੜੇ ਆ, ਮਰਦ ਜਿਹੜੇ ਆ, ਉਹ ਜ਼ਰੂਰ ਸਹਿਮਤ ਹੋਣਗੇ ਕਿ ਬਿਲਕੁਲ ਸਹੀ ਗੱਲ ਕਰ ਰਹੇ ਨੇ ਕਿ ਅਸੀਂ ਸੂਟ ਜਿਹੜਾ ਆ ਅਸੀਂ ਰਿਪੀਟ ਵੀ ਨਹੀਂ ਕਰਦੇ। ਉਸ ਫੰਕਸ਼ਨ ਦੇ 4-5 ਫੰਕਸ਼ਨਾਂ ਦੇ ਵਿੱਚ ਤਾਂ ਚਲੋ ਨਹੀਂ ਰਿਪੀਟ ਕਰਦੇ, ਅਸੀਂ ਤਾਂ ਇਹ ਵੀ ਸੋਚ ਲੈਂਦੇ ਆ ਕਿ ਅਗਲੇ ਕਿਸੇ ਵਿਆਹ ਸ਼ਾਦੀ 'ਚ ਵੀ ਉਹ ਸੂਟ ਨਹੀਂ ਪਾਉਣਾ ਦੁਬਾਰਾ, ਹੈ ਨਾ। ਮੇਰੇ ਖਿਆਲ ਲੇਡੀਜ਼ ਵੀ ਜਿਹੜੀਆਂ ਸਾਡੀਆਂ ਵਿਊਅਰਸ ਨੇ, ਤੁਸੀਂ ਇਸ ਗੱਲ ਨੂੰ ਜਦੋਂ ਸਮਝੋਗੇ ਤੇ ਵਿਚਾਰ ਜ਼ਰੂਰ ਹੋਏਗੀ, ਕਿਉਂਕਿ ਅਸੀਂ ਵੀ ਤੁਹਾਡੇ 'ਚ ਸ਼ਾਮਲ ਆ। ਬਿਲਕੁਲ ਸਾਡੀ ਵੀ ਇਹ ਚਿੰਤਾ ਹੁੰਦੀ ਹੈ ਤੇ ਮੇਰੇ ਖਿਆਲ ਹੈ ਕਿ ਹੁਣ ਉਹ ਵੇਲਾ ਆ ਗਿਆ ਕਿ ਸਾਨੂੰ ਜਿਹੜੀਆਂ ਫਾਲਤੂ ਦੀਆਂ ਚਿੰਤਾਵਾਂ ਅਸੀਂ ਸਹੇੜੀਆਂ ਨੇ ਉਹਨਾਂ ਤੋਂ ਅਸੀਂ ਕਿਵੇਂ ਨਿਜਾਤ ਪਾਉਣੀ ਹੈ, ਅਸੀਂ ਆਪਣੇ ਆਪ ਦੇ ਵਿੱਚ ਸੋਚਾਂਗੀਆਂ, ਵਿਚਾਰ ਕਰਾਂਗੀਆਂ ਤੇ ਸ਼ਾਇਦ ਸਾਡੀ ਜ਼ਿੰਦਗੀ ਥੋੜੀ ਸੁਖਾਲੀ ਹੋਣੀ ਹੈ। ਜਸਪ੍ਰੀਤ, ਸਭ ਤੋਂ ਪਹਿਲਾਂ ਅਸੀਂ ਵਿਆਹਾਂ ਦੇ ਫੰਕਸ਼ਨਸ ਦੀ ਗੱਲ ਕਰ ਲਈਏ। ਹਾਂਜੀ, ਜਿਵੇਂ ਰਿਵਾਜ ਤੁਰੇ ਆਉਂਦੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵਿਆਹ ਹੁੰਦੇ ਸੀ, ਆਪਾਂ ਹਮੇਸ਼ਾ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਮਿਸ ਕੀਤਾ ਕਿ ਵਿਆਹ ਜਿਹੜੇ ਹੁੰਦੇ ਸੀ ਬੜੇ ਫੰਕਸ਼ਨ ਲੰਬੇ ਹੁੰਦੇ ਸੀ, ਹਫਤਾ ਵਿਆਹ ਚੱਲਦੇ ਹੁੰਦੇ ਸੀ ਜੀ। ਹੁਣ ਉਹਨਾਂ ਸਮਿਆਂ ਦੇ ਵਿੱਚ ਤੇ ਅੱਜ ਦੇ ਸਮਿਆਂ ਦੇ ਵਿੱਚ ਫਰਕ ਬਹੁਤ ਹੈ, ਪਰ ਅਸੀਂ ਹੁਣ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਤੇ ਸਾਨੂੰ ਅਸੀਂ ਹੁਣ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੇ ਇੱਥੇ ਹੁਣ ਵੈਲ ਸੈਟਲਡ ਫੈਮਲੀਜ਼ ਆ, ਉਹਨਾਂ ਦੇ ਬੱਚੇ ਜਿਹੜੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਪੁਰਾਣੇ ਪੰਜਾਬ ਵਰਗਾ ਹੀ ਵਿਆਹ ਕਰਨਾ। ਬਿਲਕੁਲ ਕਿਸੇ ਹੱਦ ਤੱਕ ਉਹ ਬਿਲਕੁਲ ਠੀਕ ਨੇ, ਜਾਇਜ਼ ਨੇ, ਉਹਨਾਂ ਨੂੰ ਹੱਕ ਬਣਦਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੁੰਦਾ ਤੇ ਉਹਨਾਂ ਨੇ ਮੈਮਰੀਜ਼ ਇਕੱਠੀਆਂ ਕਰਨੀਆਂ ਨੇ। ਪਰ ਹਰ ਅਲੱਗ-ਅਲੱਗ ਦਿਨ ਜਿਹੜਾ ਫੰਕਸ਼ਨ ਰੱਖਣਾ, ਇੱਥੋਂ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ ਜੇ ਅਸੀਂ ਦੇਖਦੇ ਹਾਂ, ਬਹੁਤਾਤ ਜਿਹੜੇ ਰਿਸ਼ਤੇਦਾਰ ਹੁੰਦੇ ਨੇ, ਭੈਣ ਭਰਾ ਹੁੰਦੇ ਨੇ, ਕਿਉਂਕਿ ਉਹ ਫੁੱਲ ਟਾਈਮ ਜੌਬਸ ਦੇ ਵਿੱਚ ਨੇ। ਹੁਣ ਇਹਨਾਂ ਮੁਲਕਾਂ 'ਚ ਅਸੀਂ ਕੰਮਕਾਰ ਨੂੰ ਇੱਕ ਪਾਸੇ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਸੋ ਕੰਮਾਂ ਕਾਰਾਂ ਤੇ ਜਾ ਕੇ ਫਿਰ ਸ਼ਾਮ ਨੂੰ ਆ ਕੇ ਅਸੀਂ ਫੰਕਸ਼ਨ ਅਟੈਂਡ ਕਰਦੇ ਹਾਂ, ਉਹ ਫੰਕਸ਼ਨ ਅਟੈਂਡ ਕਰਕੇ ਲੇਟ ਨਾਈਟ ਫਿਰ ਅਸੀਂ ਘਰ ਵਾਪਸ ਆਉਂਦੇ ਹਾਂ, ਅਗਲੇ ਦਿਨ ਫਿਰ ਕੰਮ ਤੇ ਜਾਂਦੇ ਹਾਂ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਮਾਂ ਅਸੀਂ ਵਿਆਹਾਂ 'ਚ ਗੁਜ਼ਾਰਦੇ ਹਾਂ, ਅਸਲ ਦੇ ਵਿੱਚ ਸਾਡੀਆਂ ਨੀਂਦਾਂ 'ਚੋਂ ਕੱਟ ਹੋ ਰਿਹਾ। ਹਾਂ, ਬਿਲਕੁਲ ਸਹੀ ਕਹਿ ਰਹੇ। ਪੁਰਾਣੇ ਵਿਆਹਾਂ ਦੀ ਗੱਲ ਕੀਤੀ ਹੈ ਨਾ, ਮੈਨੂੰ ਲੱਗਦਾ ਕਿ ਦਿਨ ਤੇ ਬੜੇ ਚੱਲਦੇ ਸੀ ਵਿਆਹਾਂ ਦੇ, ਪਰ ਉਦੋਂ ਦਿਖਾਵਾ ਨਹੀਂ ਸੀ ਹੁੰਦਾ ਹੈਗਾ, ਹੈ ਨਾ। ਆਪਾਂ ਪੁਰਾਣੀਆਂ ਫੋਟੋਆਂ, ਵੀਡੀਓ ਚੱਕ ਕੇ ਦੇਖ ਲਈਏ, ਵੀਡੀਓਜ਼ ਤਾਂ ਚਲੋ ਬਹੁਤ ਪੁਰਾਣੇ ਵਿਆਹਾਂ ਦੀਆਂ ਤਾਂ ਚਲੋ ਨਹੀਂ ਵੀ ਮਿਲਣ ਸ਼ਾਇਦ, ਪਰ ਜੇ ਫੋਟੋਆਂ ਵੀ ਦੇਖ ਲਈਏ ਤੇ ਉਹਨਾਂ ਵਿੱਚ ਬੜੇ ਸਾਦੇ ਜਿਹੇ ਤਰੀਕੇ ਨਾਲ ਹੀ ਕੁੜੀਆਂ ਤਿਆਰ ਹੁੰਦੀਆਂ ਸੀ, ਕੋਈ ਐਡਾ ਖਾਸ ਨਾ ਕੋਈ ਮੇਕਅਪ ਨਹੀਂ, ਕੋਈ ਨਾ ਤੇ ਬਿਊਟੀ ਪਾਰਲਰ ਤੋਂ ਤਿਆਰ ਹੋਣ ਦੀ ਚਿੰਤਾ ਨਹੀਂ, ਹਨਾ, ਕੋਈ ਐਸਾ ਕੁਝ ਨਹੀਂ ਸੀ ਹੁੰਦਾ ਹੈਗਾ। ਮੇਰੇ ਖਿਆਲ ਸਮੇਂ ਦੇ ਨਾਲ ਨਾਲ ਚੀਜ਼ਾਂ ਬਦਲੀਆਂ ਨੇ, ਨੋ ਡਾਊਟ। ਪਾਰਲਰ ਜਾਣਾ ਜਾਂ ਆਪਣੇ ਆਪ ਨੂੰ ਵਧੀਆ ਲਗਾਉਣਾ ਸਾਡਾ ਹੱਕ ਵੀ ਬਣਦਾ। ਨਹੀਂ, ਹਾਂ, ਬਿਲਕੁਲ ਸਹੀ। ਤਰੀਕੇ ਦੇ ਨਾਲ ਤੁਸੀਂ ਪੇਸ਼ ਕਰਦੇ ਹੋ। ਅੱਜ ਕੱਲ ਇਹ ਵੀ ਟ੍ਰੈਂਡ ਹੈ ਕਿ ਸਾਰੀ ਫੈਮਿਲੀ, ਜਿਵੇਂ ਤੁਸੀਂ ਪ੍ਰੋਫੈਸ਼ਨਲ ਤੁਹਾਡਾ ਹੇਅਰ ਤੇ ਮੇਕਅਪ ਹੋਇਆ ਹੁੰਦਾ, ਵਧੀਆ ਲੱਗਦਾ, ਤੁਸੀਂ ਜਦੋਂ ਢੰਗ ਨਾਲ ਪੇਸ਼ ਕਰਦੇ ਹੋ। ਪਰ ਜਿਵੇਂ ਜਿਹੜੇ ਵਿਖਾਲੇ ਦੀ ਅਸੀਂ ਗੱਲ ਕਰਦੇ ਹਾਂ, ਤੁਹਾਨੂੰ ਯਾਦ ਹੋਣਾ ਜਸਪ੍ਰੀਤ, ਪੁਰਾਣੇ ਵਿਆਹਾਂ ਦੇ ਵਿੱਚ ਵੀ ਲੋਕਾਂ ਦੇ ਲਈ, ਆਂਢੀਆਂ ਗੁਆਂਢੀਆਂ ਲਈ, ਸ਼ਰੀਕੇ ਲਈ ਵਿਖਾਲਾ ਪਾਉਂਦੇ ਹੁੰਦੇ ਸੀ ਕਿ ਨਾਨਕ ਸ਼ੱਕ ਆਈ ਆ ਤੇ ਇਹ ਚੀਜ਼ਾਂ ਲੈ ਕੇ ਆਈਆਂ ਨੇ। ਅਸਲ ਦੇ ਵਿੱਚ ਇਹ ਚੀਜ਼ ਉਦੋਂ ਸੀਗੀ, ਪਰ ਉਹ ਇੰਨੇ ਵੱਡੇ ਪੱਧਰ ਤੇ ਨਹੀਂ ਸੀ। ਜੀ ਜੀ, ਉਸ ਟਾਈਮ ਤੇ ਕੱਪੜਿਆਂ ਦਾ ਮੇਰੇ ਖਿਆਲ ਇੰਨਾ ਜ਼ਿਆਦਾ ਖਲਾਰਾ ਨਹੀਂ ਹੁੰਦਾ ਸੀ ਕਿ ਇੱਕ ਸੂਟ ਜਿਹੜਾ ਸਵੇਰੇ ਪਾ ਲਿਆ ਫਿਰ ਸ਼ਾਮ ਤੱਕ ਉਹੀ ਸਾਰਾ ਦਿਨ ਉਹੀ ਪਾਈ ਰੱਖਣਾ। ਹੁਣ ਕਿ ਜੇ ਸਵੇਰ ਨੂੰ ਇੱਕ ਫੰਕਸ਼ਨ ਹੈ ਤੇ ਉਹਦੇ ਲਈ ਅਲੱਗ, ਫਿਰ ਇਹ ਵੀ ਕਿ ਹੁਣ ਸਾਨੂੰ ਇਹ ਵੀ ਫਿਕਰ ਹੁੰਦਾ ਹੈ ਕਿ ਜੇ ਅਸੀਂ ਅਲੱਗ-ਅਲੱਗ ਫੰਕਸ਼ਨ ਉਲੀਕੇ ਨੇ ਵਿਆਹ ਦੇ, ਹਰ ਫੰਕਸ਼ਨ ਦਾ ਥੀਮ ਅਲੱਗ ਰੱਖਿਆ ਜਾਣਾ, ਅਲੱਗ-ਅਲੱਗ ਰੰਗਾਂ ਦੇ ਸੂਟ, ਫਿਰ ਕੱਲੀ ਕੁੜੀ ਦੇ ਜਾਂ ਮੁੰਡੇ ਦੇ ਨਹੀਂ, ਸਾਰੇ ਟੱਬਰ ਦੇ। ਇੱਥੋਂ ਤੱਕ ਕਿ ਕੁਝ ਫੰਕਸ਼ਨਸ ਨੇ ਜਿਨ੍ਹਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਲਈ ਵੀ ਥੀਮ ਹੁੰਦਾ ਨਾ। ਬਿਲਕੁਲ। ਹੁਣ ਕਈਆਂ ਦੇ ਲਈ ਇਹ ਚੀਜ਼ ਸ਼ਾਇਦ ਉਹਨਾਂ ਨੂੰ ਫਰਕ ਨਹੀਂ ਪੈਂਦਾ, ਪਰ ਕਈਆਂ ਨੂੰ ਫਰਕ ਪੈਂਦਾ ਵੀ ਹੈ ਸ਼ਾਇਦ, ਜਿਨ੍ਹਾਂ ਨੇ ਆਪਣਾ ਬਜਟ ਬੜੇ ਤਰੀਕੇ ਨਾਲ ਸੈੱਟ ਕੀਤਾ ਹੁੰਦਾ। ਮੇਰੇ ਖਿਆਲ ਨਾਲ ਨਾ ਕੁਝ ਲੋਕਾਂ ਨੂੰ ਫਰਕ ਨਹੀਂ ਪੈਂਦਾ, ਬਹੁਤਿਆਂ ਨੂੰ ਜ਼ਿਆਦਾ ਫਰਕ ਪੈਂਦਾ, ਹਨਾ। ਮੈਂ ਸਹਿਮਤ ਹਾਂ ਤੁਹਾਡੇ ਨਾਲ। ਤੇ ਇਹ ਵੀ ਆ, ਅਸੀਂ ਉਹਨਾਂ ਤੋਂ ਬਾਹਰੇ ਨਹੀਂ ਹੈਗੇ। ਅਸੀਂ ਆਪਣੇ ਘਰਾਂ 'ਚ ਵੀ ਦੇਖੀਏ, ਸਾਡੀ ਵੀ ਕੋਸ਼ਿਸ਼ ਹੁੰਦੀ ਆ ਨਾ ਕਿ ਅਸੀਂ ਜੇ ਮਹਿੰਦੀ ਦਾ ਫੰਕਸ਼ਨ ਆ ਤੇ ਉਦਣ ਹਰੇ ਸੂਟ ਪਾ ਲਈਏ, ਜੇ ਹਲਦੀ ਦਾ ਫੰਕਸ਼ਨ ਆ ਤੇ ਪੀਲੇ ਸੂਟ ਪਾ ਲਈਏ, ਹਨਾ। ਸੋ ਅਸੀਂ ਵੀ ਉਹਨਾਂ ਤੋਂ ਬਾਹਰੇ ਨਹੀਂ ਹੈਗੇ, ਪਰ ਗੱਲ ਇਹ ਹੈ ਕਿ ਹੈ ਉਹ ਲੋਕ ਦਿਖਾਵਾ ਹੀ ਆ, ਹਨਾ, ਕਿਸੇ ਹੱਦ ਤੱਕ। ਪਰ ਇਹਦੇ ਵਿੱਚ ਕੋਈ ਮੈਨੂੰ ਲੱਗਦਾ ਕਿ ਕੋਈ ਗਾਲ ਜਾਂ ਉਲਾਮਾ ਨਹੀਂ ਹੁੰਦਾ ਕਿਸੇ ਨੂੰ ਕਿ ਜੇ ਅਸੀਂ ਇੱਕ
ਥੀਮ ਰੱਖ ਕੇ ਉਹਦੇ ਅਕੋਰਡਿੰਗਲੀ ਚੱਲਦੇ ਆ, ਪਰ ਬਹੁਤ ਜ਼ਬਰਦਸਤ ਥੀਮ ਰੱਖ ਲੈਣਾ ਜੀ ਕਿ ਇਹੀ ਤਰ੍ਹਾਂ ਦੇ ਕੱਪੜੇ ਚਾਹੀਦੇ ਨੇ। ਵਿਆਹਾਂ ਤੋਂ ਜੇ ਅਸੀਂ ਕਈ ਬਰਥਡੇ ਪਾਰਟੀਜ਼ ਤੇ ਵੀ ਆ ਜਾਈਏ, ਸੋ ਅੱਜ ਕੱਲ ਸਾਨੂੰ ਇੱਕ ਇਹ ਹੋ ਜਾਂਦਾ, ਮੈਨੂੰ ਲੱਗਦਾ ਸਾਡੇ ਬੱਚਿਆਂ ਦੇ ਵਿੱਚ ਹੁਣ ਇਹ ਕਾਫੀ ਚੀਜ਼ਾਂ ਨੇ ਕਿ ਮੈਂ ਆਪਣੇ ਬਰਥਡੇ ਦਾ ਜਾਂ ਕੋਈ ਵੀ ਇਵੈਂਟ ਹੈ ਉਹਨਾਂ ਦਾ, ਹੁਣ ਜੇ ਅਸੀਂ ਵਿਆਹ ਤੋਂ ਬਿਨਾਂ ਕਿਸੇ ਬਰਥਡੇ ਦੀ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਕਰਦੇ ਆ, ਵੀ ਇੱਕ ਥੀਮ ਹੋਣਾ ਚਾਹੀਦਾ। ਸੋ ਉਹ ਥੀਮ ਦੇ ਚੱਕਰ ਦੇ ਵਿੱਚ ਕਿਤੇ ਕਿਤੇ ਮੈਨੂੰ ਲੱਗਦਾ ਕਿ ਅਸੀਂ ਆਪਣੀਆਂ ਥੋੜ੍ਹੀਆਂ ਜਿਹੀਆਂ ਲਿਮਿਟਸ ਵੀ ਕ੍ਰਾਸ ਕਰਦੇ ਆ। ਖੈਰ ਜਿਹੜੀਆਂ ਚੀਜ਼ਾਂ ਸਾਨੂੰ ਜ਼ਰੂਰੀ ਨੇ ਉਹ ਤੇ ਸਾਨੂੰ ਜ਼ਰੂਰ ਉਹਨਾਂ ਦੇ ਲਈ ਬੱਚਿਆਂ ਨੂੰ ਹੌਸਲਾ ਦੇਣਾ ਚਾਹੀਦਾ, ਹੌਸਲਾ ਅਫਜ਼ਾਈ ਕਰਨੀ ਚਾਹੀਦੀ, ਪਰ ਜਿੱਥੇ ਸਾਨੂੰ ਲੱਗੇ ਕਿ ਇਹ ਥੋੜਾ ਜਿਹਾ ਜ਼ਿਆਦਾ ਵੀ ਹੋ ਰਿਹਾ, ਮੇਰੇ ਖਿਆਲ ਹੈ ਕਿ ਉੱਥੇ ਬੱਚੇ ਨੂੰ ਸਮਝਾ ਦੇਣਾ ਵੀ ਜਿਹੜਾ ਇਹਦੇ 'ਚ ਕੋਈ ਗੁਰੇਜ਼ ਨਹੀਂ ਸਾਨੂੰ ਕਰਨਾ। ਥੀਮ ਦੀ ਜੇ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਜੇ ਪਰਿਵਾਰਾਂ ਤੱਕ ਸੀਮਤ ਆ ਫਿਰ ਤਾਂ ਠੀਕ ਆ, ਪਰ ਜੇ ਆਪਾਂ ਬਹੁਤ ਵੱਡੇ ਪੱਧਰ ਤੇ ਕੋਈ ਫੰਕਸ਼ਨ ਕਰ ਰਹੇ ਆ ਹਨਾ, ਜਦੋਂ ਫਿਰ ਅਸੀਂ ਕੋਈ ਥੀਮ ਰੱਖਦੇ ਆ, ਮੈਨੂੰ ਲੱਗਦਾ ਆਉਣ ਵਾਲੇ ਪ੍ਰਾਹੁਣਿਆਂ ਦੇ ਉੱਤੇ ਵੀ ਫਾਲਤੂ ਦਾ ਬੋਝ ਹੀ ਆ ਹਨਾ, ਕਿ ਅਗਲੇ ਵੀ ਸੋਚਣ ਕਿ ਅਸੀਂ ਕੀ ਪਾ ਕੇ ਜਾਣਾ। ਸਪੈਸ਼ਲੀ ਜਦੋਂ ਅਸੀਂ ਕੋਈ ਜੰਗਲ ਥੀਮ ਜਾਂ ਕੋਈ ਇਸ ਤਰ੍ਹਾਂ ਦੇ ਬੱਚਿਆਂ ਦੀ ਰੱਖ ਲੈਂਦੇ ਆ ਨਾ, ਐਡਵੈਂਚਰ ਥੀਮ, ਸਮਝ ਹੀ ਨਹੀਂ ਆਉਂਦਾ, ਜਾਂ ਫਿਰ ਸਪੈਸ਼ਲ ਜਾ ਕੇ ਖਰੀਦਣੇ ਪੈਂਦੇ ਆ ਕੱਪੜੇ, ਜਾਂ ਫਿਰ ਬੰਦਾ ਇਗਨੋਰ ਕਰ ਦਿੰਦਾ ਕਿ ਜਾਂ ਫਿਰ ਬਹਾਨਾ ਲਾ ਦਈਏ ਕੋਈ ਕਿ ਨਾ ਜਾਈਏ ਹਨਾ, ਤੇ ਉਹ ਫਾਲਤੂ ਦਾ ਬੋਝ ਪਾਉਣ ਵਾਲੀ ਗੱਲ ਹੈ ਆਪਾਂ ਆਉਣ ਵਾਲੇ ਜਿਹੜੇ ਵੀ ਪ੍ਰਾਹੁਣੇ ਆ ਸਾਡੇ ਘਰੇ ਹਨਾ। ਜਿਵੇਂ ਤੁਸੀਂ ਜੰਗਲ ਥੀਮ ਜਾਂ ਐਡਵੈਂਚਰਸ ਜਿਹੜੇ ਥੀਮ ਹੁੰਦੇ ਨੇ, ਇਦਾਂ ਦੇ ਜਿਹੜੇ ਥੀਮ ਬੱਚਿਆਂ ਦੇ ਖਾਸ ਕਰਕੇ ਬੱਚਿਆਂ ਦੀ ਪਾਰਟੀ ਲਈ ਰੱਖੇ ਜਾਂਦੇ ਨੇ, ਜੇ ਅਸੀਂ ਉਹਦੇ ਲਈ ਕੋਈ ਖਾਸ ਸਪੈਸ਼ਲ ਡਰੈਸ ਖਰੀਦਾਂਗੇ ਉਹ ਮੇਰੇ ਖਿਆਲ ਦੁਬਾਰਾ ਯੂਜ਼ ਨਹੀਂ ਸਕਦੀ। ਵਿਆਹਾਂ ਦੇ ਨਾਲ ਨਾਲ ਜੇਕਰ ਅਸੀਂ ਇੱਕ ਹੋਰ ਚੀਜ਼ ਜੋੜਦੇ ਹਾਂ, ਆਪਣੇ ਵਿਆਹ ਹੋਏ ਨੇ ਉਦੋਂ ਵੀ ਫੋਟੋ ਸ਼ੂਟ ਹੁੰਦਾ ਜ਼ਰੂਰ ਸੀ, ਪਰ ਜਿਵੇਂ ਪ੍ਰੀ ਵੈਡਿੰਗ ਸ਼ੂਟ ਨਹੀਂ ਸੀ ਹੁੰਦਾ, ਵਿਆਹ ਵਾਲੇ ਦਿਨ ਹੀ ਸਾਡੇ ਪੋਜ਼ ਬਣ ਜਾਂਦੇ ਸੀ ਨਾ, ਇੱਧਰ ਨੂੰ ਹੱਥ ਕਰਕੇ ਤੇ ਕਾਂਟੇ ਫੜ ਕੇ ਬਸ। ਸੋ ਹੌਲੀ ਹੌਲੀ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਇਹ ਵੀ ਲੋਕ ਵਿਖਾਵੇ ਦੇ ਵਿੱਚ ਆਈ, ਕਿਉਂਕਿ ਪ੍ਰੀ ਵੈਡਿੰਗ ਸ਼ੂਟ ਜਿਹੜੇ ਹੋਏ ਨੇ ਕਿਤੇ ਕਿਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਬੜੇ ਜੈਨੂਇਨ ਤਰੀਕੇ ਦੇ ਨਾਲ ਕੀਤਾ ਗਿਆ ਕਵਰ, ਪਰ ਕਈ ਮੈਂ ਦੇਖਦੀ ਹਾਂ ਕਿ ਜਿਹੜੇ ਪ੍ਰੀ ਵੈਡਿੰਗ ਸ਼ੂਟ ਵੀ ਨੇ ਉਹਨਾਂ ਦੇ ਵਿੱਚ ਬਹੁਤ ਖਰਚਾ ਕੀਤਾ ਜਾਂਦਾ, ਸਪੈਸ਼ਲੀ ਸੈੱਟ ਲਾ ਕੇ ਉਹਨੂੰ ਪ੍ਰੋਪਰ ਇੱਕ ਗਾਣੇ ਦੇ ਵਾਂਗੂ ਇੱਕ ਫਿਲਮ ਦੇ ਵਾਂਗੂ ਸ਼ੂਟ ਕੀਤਾ ਜਾਂਦਾ। ਉਹ ਸ਼ਾਇਦ ਆਪਣੀ ਲਾਈਫ ਦੇ ਵਿੱਚ ਹਰ ਕੁੜੀ ਤੇ ਮੁੰਡਾ ਹੀਰੋ ਹੀਰੋਇਨ ਹੁੰਦੇ ਨੇ, ਹਰੇਕ ਕੁੜੀ ਨੂੰ ਲੱਗਦਾ ਹੁੰਦਾ ਵੀ ਉਹ ਹੀਰ ਹੀ ਹੈ ਤੇ ਮੁੰਡੇ ਨੂੰ ਲੱਗਦਾ ਹੁੰਦਾ ਉਹ ਰਾਂਝਾ ਹੀ ਹੈ। ਬਿਲਕੁਲ ਸਹੀ। ਪਰ ਅਸਲ ਦੇ ਵਿੱਚ ਕਿਤੇ ਜੇ ਬਹੁਤ ਜ਼ਿਆਦਾ ਫਾਲਤੂ ਦਾ ਖਰਚਾ ਜਿਹੜਾ ਅਸੀਂ ਜੇ ਬਚਾ ਕੇ ਸ਼ਾਇਦ ਉਹ ਬੱਚਿਆਂ ਦੇ ਫਿਊਚਰ ਦੇ ਲਈ ਯੂਜ਼ ਹੋ ਜਾਵੇ, ਜਾਂ ਰਾਦਰ ਦੈਨ ਕਿ ਉਹ ਟਾਈਮ ਜਿਹੜਾ ਸਪੈਂਡ ਕੀਤਾ ਇੰਨੇ ਫਾਲਤੂ ਜਿਹੜੀਆਂ ਚੀਜ਼ਾਂ ਕਰਨ ਦੇ ਲਈ, ਉਹ ਬੱਚਿਆਂ ਨੂੰ ਸ਼ਾਇਦ ਅਸੀਂ ਉਹਨਾਂ ਦੀ ਅੰਡਰਸਟੈਂਡਿੰਗ ਵਧਾਉਣ ਨੂੰ ਸਮਾਂ ਦਈਏ, ਉਹਨਾਂ ਨੂੰ ਕੁਝ ਗੱਲਾਂ ਸਮਝਾ ਦਈਏ, ਜਿਵੇਂ ਆਪਾਂ ਗੱਲ ਕਰ ਰਹੇ ਸੀ। ਜੀ ਮੈਂ ਉਹੀ ਕਹਿਣ ਲੱਗੀ ਸੀਗੀ ਕਿ ਜਿਹੜਾ ਪ੍ਰੀ ਵੈਡਿੰਗ ਸ਼ੂਟ ਹੈ ਨਾ, ਉਹ ਇੱਕ ਹੁੰਦਾ ਕਿ ਕਿਸੇ ਸੀਮਾ ਦੇ ਅੰਦਰ ਰਹਿ ਕੇ ਕੀਤਾ ਜਾਵੇ ਤੇ ਉਹ ਫਿਰ ਵੀ ਚਲੋ ਖੂਬਸੂਰਤ ਲੱਗਦਾ, ਸੋਹਣਾ ਲੱਗਦਾ ਹੈ ਨਾ, ਪਰ ਅੱਜ ਕੱਲ ਕਈ ਸ਼ੂਟ ਐਸੇ ਵੀ ਦੇਖੇ ਨੇ ਜਿਹੜੀਆਂ ਕਹਿ ਲਓ ਕਿ ਹੱਦਾਂ ਹੀ ਟੱਪ ਜਾਂਦੇ ਨੇ ਹਨਾ। ਜੇ ਆਪਾਂ ਆਪਣੇ ਸੱਭਿਆਚਾਰ ਦੀ ਗੱਲ ਕਰੀਏ, ਚਲੋ ਅਸੀਂ ਵੈਸਟਰਨ ਕਲਚਰ ਨੂੰ ਨਹੀਂ ਦੇਖਦੇ ਹੈਗੇ, ਜੇ ਅਸੀਂ ਆਪਣੇ ਕਲਚਰ ਨੂੰ ਆਪਣੇ ਰੀਤੀ ਰਿਵਾਜਾਂ ਨੂੰ ਦੇਖੀਏ ਤਾਂ ਵਿਆਹ ਤੋਂ ਪਹਿਲਾਂ ਉਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ। ਅਸੀਂ ਉਸ ਸੱਭਿਆਚਾਰ ਤੋਂ ਉਸ ਕੌਮ ਤੋਂ ਬਿਲੋਂਗ ਕਰਦੇ ਹਾਂ ਨਾ, ਪਰ ਅਸੀਂ ਇਹ ਚੀਜ਼ ਸਿਰਫ ਲੋਕ ਦਿਖਾਵੇ ਲਈ ਸੋਚਦੇ ਨਹੀਂ ਹੈਗੇ ਕਿ ਅਸੀਂ ਸ਼ਾਇਦ ਬੇਸ਼ੱਕ ਇਹ ਸਾਡਾ ਆਪਣਾ ਤੁਹਾਡੀ ਨਿਜਤਾ ਆ ਜਾਂ ਸਾਡੀ ਨਿਜਤਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹਾਂ ਕੀ ਨਹੀਂ, ਪਰ ਜੇ ਅਸੀਂ ਜਰਨਲ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਅਸੀਂ ਉਹ ਕਈ ਵਾਰੀ ਉਹ ਹੱਦ ਉਹ ਸੀਮਾ ਟੱਪ ਜਾਂਦੇ ਹਾਂ ਹਨਾ। ਜੀ ਕਿਸੇ ਹੱਦ ਤੱਕ ਇਹ ਜਾਇਜ਼ ਵੀ ਹੈ ਕਿ ਬੱਚੇ ਆਪਣੀਆਂ ਮੈਮਰੀਜ਼ ਸੰਭਾਲਣਾ ਚਾਹੁੰਦੇ ਨੇ, ਇੱਕ ਦੂਜੇ ਨਾਲ ਟਾਈਮ ਸਪੈਂਡ ਕਰਦੇ ਨੇ ਉਸ ਵੇਲੇ ਦੇ ਵਿੱਚ, ਪਰ ਜਦੋਂ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਇਹ ਸਾਡੀ ਇੱਕ ਤਰ੍ਹਾਂ ਦੇ ਨਾਲ ਇੱਕ ਪਾਰਟ ਹੋ ਗਿਆ ਵੈਡਿੰਗ ਦਾ, ਕਿਤੇ ਕਿਤੇ ਮੈਂ ਦੇਖਿਆ ਫੋਟੋਗ੍ਰਾਫਰਸ ਨੂੰ ਵੀ ਬੜਾ ਕਰੇਜ਼ ਹੁੰਦਾ ਕਿ ਮੈਂ ਆਪਣੀ ਸਕਿੱਲ ਦਿਖਾਉਣੀ ਹੈ। ਕਈ ਵਾਰ ਕਈ ਕਪਲਸ ਜਿਹੜੇ ਨੇ ਉਹ ਦਬਾਅ ਦੇ ਵਿੱਚ ਆ ਕੇ ਵੀ ਕੁਝ ਚੀਜ਼ਾਂ ਅਰੇਂਜ ਕਰਦੇ ਨੇ, ਕਿਉਂਕਿ ਉਹਨਾਂ ਦੇ ਫੋਟੋਗ੍ਰਾਫਰ ਦੇ ਵੱਲੋਂ ਜਾਂ ਵੀਡੀਓਗ੍ਰਾਫਰ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਹੁੰਦਾ ਕਿ ਅਸੀਂ ਇਸੇ ਤਰ੍ਹਾਂ ਦਾ ਸ਼ੂਟ ਕਰਾਂਗੇ, ਤੇ ਕਈ ਵਾਰ ਫੋਟੋਗ੍ਰਾਫਰਸ ਜਿਹੜੇ ਉਹ ਵੀ ਪ੍ਰੈਸ਼ਰ ਥੱਲੇ ਹੁੰਦੇ ਨੇ, ਉਹ ਵੀ ਹੁੰਦੇ ਨੇ, ਕਪਲਸ ਦੇ ਵੱਲੋਂ ਡਿਮਾਂਡ ਹੁੰਦੀ ਹੈ ਕਿ ਅਸੀਂ ਇਦਾਂ ਦਾ ਫੋਟੋ ਸ਼ੂਟ ਕਰਨਾ। ਇਹਦੇ ਵਿੱਚ ਕੋਈ ਹਰਜ਼ ਨਹੀਂ, ਕਿਉਂਕਿ ਸਾਡੇ ਆਲੇ ਦੁਆਲੇ ਉਹ ਸਾਰਾ ਕੁਝ ਹੁੰਦਾ, ਜਿੱਦਾਂ ਜੇ ਸਾਡੇ ਦੋਸਤਾਂ ਨੇ, ਸਾਡੀਆਂ ਫਰੈਂਡਸ ਨੇ, ਉਹ ਸਾਰਾ ਕੁਝ ਕੀਤਾ ਹੋਇਆ ਆ ਤੇ ਸਾਡੇ ਦਿਮਾਗ 'ਚ ਇਹ ਹੋ ਜਾਂਦਾ ਆ ਕਿ ਸਾਨੂੰ ਘੱਟ ਨਾ ਸਮਝਣ ਹਨਾ। ਬਿਲਕੁਲ ਦਰੁਸਤ। ਇਹ ਵੀ ਇੱਕ ਡੈਫੀਨੇਟਲੀ ਚੀਜ਼ ਹੈ ਸੋਚਣ ਵਾਲੀ। ਕੁਛ ਉਹ ਫਿਰ ਉਹਨਾਂ ਨੂੰ ਲੱਗਣ ਲੱਗ ਜਾਂਦਾ ਬੱਚਿਆਂ ਨੂੰ ਕਿ ਸ਼ਾਇਦ ਇਹ ਸਾਡੀ ਲੋੜ ਬਣ ਗਈ, ਕਿ ਇਹ ਸ਼ਾਇਦ ਵਿਆਹ ਦਾ ਇੱਕ ਜ਼ਰੂਰੀ ਹਿੱਸਾ ਹੈ, ਕਿ ਜੇ ਪ੍ਰੀ ਵੈਡਿੰਗ ਸ਼ੂਟ ਨਾ ਹੋਇਆ ਤੇ ਸਾਡਾ ਵਿਆਹ ਕੰਪਲੀਟ ਹੀ ਨਹੀਂ ਹੋਣਾ। ਬਿਲਕੁਲ। ਜਦ ਕਿ ਅਸਲੀਅਤ ਇਹ ਨਹੀਂ ਹੈਗੀ।
ਆਪਾਂ ਗੱਲ ਕਰਦੇ ਸੀ ਆਪਣੇ ਵੇਲਿਆਂ ਦੇ ਵਿੱਚ ਵੀ ਸ਼ੂਟ ਹੁੰਦੇ ਸੀ, ਕਹਿਣਾ ਕਿ ਪੋਜ਼ ਬਣਾਉਂਦੇ ਨੇ, ਫੋਟੋ ਬਣਾਉਂਦੇ ਨੇ, ਪਰ ਮੈਨੂੰ ਲੱਗਦਾ ਉਸ ਵੇਲੇ ਸ਼ਾਇਦ ਘਰਦਿਆਂ ਨੂੰ ਉਹ ਵੀ ਜ਼ਿਆਦਾ ਲੱਗਦਾ ਸੀ। ਬਿਲਕੁਲ ਸਹੀ। ਪਹਿਲਾਂ ਤਾਂ ਇੰਨੇ ਨਹੀਂ ਸੀ ਕਰਦੇ ਹੁੰਦੇ। ਮੇਰੇ ਮਦਰ ਫਾਦਰ ਦੇ ਵਿਆਹ ਦੀ ਐਲਬਮ ਸਾਡੇ ਕੋਲ ਪਈ ਹੁੰਦੀ ਸੀ ਤੇ ਘਰੇ ਉਹਨਾਂ ਦੇ ਮੈਂ ਦੇਖਣਾ ਕਿ ਉਹ ਬਹੁਤ ਲਿਮਿਟਡ ਜੇ ਬੜੇ ਸੀਮਤ ਜਿਹੀਆਂ ਫੋਟੋਆਂ ਉਹਨਾਂ ਦੀਆਂ ਜਿਹੜੀਆਂ ਕੱਲਿਆਂ ਦੀਆਂ ਪੋਜ਼ ਵਾਲੀਆਂ ਸੀ। ਇੱਕ ਫੋਟੋ 'ਚ ਮੇਰੇ ਮੰਮੀ ਨੇ ਇਦਾਂ ਆਪਣੇ ਦੁਪੱਟਾ ਕੀਤਾ ਹੋਇਆ ਤੇ ਡੈਡ ਦੀ ਫੋਟੋ ਵਿੱਚ ਇਦਾਂ ਲੱਗੀ। ਉਹ ਚੀਜ਼ਾਂ ਜਿਹੜੀਆਂ ਦੇਖ ਕੇ ਤੁਹਾਨੂੰ ਲੱਗਦਾ ਹੁੰਦਾ ਸੀ ਕਿ ਉਹਨਾਂ ਵੇਲਿਆਂ ਦੇ ਵਿੱਚ ਸ਼ਾਇਦ ਉਹ ਕਮਾਲ ਦੀ ਕਲਾਕਾਰੀ ਹੋਣੀ ਹੈ ਜੀ। ਪਰ ਅੱਜ ਕੱਲ ਟੈਕਨੋਲੋਜੀ ਬੜੀ ਵੱਧ ਗਈ ਆ, ਕਾਫੀ ਤਰੀਕੇ ਦੀਆਂ ਫੋਟੋਆਂ ਖਿੱਚਣ ਲੱਗ ਗਏ। ਪਹਿਲਾਂ ਜਦੋਂ ਤੱਕ ਸਾਡੇ ਵੇਲੇ ਆਏ ਥੋੜੇ ਪੋਜ਼ ਬਣਾਉਂਦੇ ਹੁੰਦੇ ਸੀ, ਅੱਜ ਕੱਲ ਦੇਖੋ ਗਾਣੇ ਸ਼ੂਟ ਹੋ ਰਹੇ ਨੇ ਆਉਂਦੇ ਸਮੇਂ ਦੇ ਵਿੱਚ, ਪਤਾ ਨਹੀਂ ਇਹ ਗੱਲ ਹਜੇ ਕਿੱਧਰ ਨੂੰ ਜਾਣੀ ਆ। ਕਾਫੀ ਅੱਗੇ ਤੱਕ ਸਾਰਾ ਜਾ ਰਿਹਾ, ਪਰ ਜਿਵੇਂ ਤੁਸੀਂ ਕਿਹਾ ਆਪਣਾ ਕਲਚਰ ਸਾਨੂੰ ਇੱਕ ਸੀਮਾ ਤੈਅ ਕਰਨੀ ਚਾਹੀਦੀ ਹੈ, ਦਿੱਤੀ ਗਈ ਹੈ ਜਾਂ ਦੱਸੀ ਗਈ ਹੈ ਸਾਡੇ ਭਾਈਚਾਰੇ ਦੇ ਹਿਸਾਬ ਦੇ ਨਾਲ ਜਿਹੜੀ ਸਾਡੇ ਕੋਲ ਹੁੰਦੀ ਹੈ। ਤੇ ਮੈਨੂੰ ਪਤਾ ਕੀ ਲੱਗਦਾ ਹੈ ਕਿ ਜਿਹੜਾ ਪ੍ਰੀ ਵੈਡਿੰਗ ਸ਼ੂਟ ਹੈ ਨਾ, ਚਲੋ ਜੇ ਤੁਸੀਂ ਕਰਨਾ ਹੈ ਉਹ ਬਹੁਤ, ਜੇ ਤੁਹਾਨੂੰ ਲੱਗਦਾ ਹੈ ਕਿ ਜ਼ਰੂਰੀ ਹੈ ਚਲੋ ਕਰ ਵੀ ਲਓ। ਉਹਦੇ ਨਾਲ ਨਾਲ ਪ੍ਰੀ ਵੈਡਿੰਗ ਸ਼ੂਟ ਦੀ ਜਗ੍ਹਾ ਤੇ ਮੈਨੂੰ ਲੱਗਦਾ ਪ੍ਰੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੱਲ ਸਾਨੂੰ ਆਲੇ ਦੁਆਲੇ ਜੇ ਆਪਾਂ ਨਜ਼ਰ ਮਾਰੀਏ ਤੇ ਰਿਸ਼ਤਿਆਂ ਦੇ ਵਿੱਚ ਬਹੁਤ ਨਿਘਾਰ ਆ ਰਿਹਾ ਆ, ਹਨਾ, ਸਾਰਿਆਂ 'ਚ ਨਹੀਂ ਪਰ ਕੁਝ ਕੁ ਰਿਸ਼ਤਿਆਂ ਦੇ ਵਿੱਚ। ਤੇ ਮੈਨੂੰ ਲੱਗਦਾ ਹੈ ਕਿ ਪ੍ਰੀ ਵੈਡਿੰਗ ਨਾਲੋਂ ਜੇ ਪ੍ਰੀ ਕਾਉਂਸਲਿੰਗ ਹੋਵੇ, ਜਿੱਥੇ ਬੱਚਿਆਂ ਨੂੰ ਬਿਠਾ ਕੇ, ਆਪਾਂ ਅਕਸਰ ਕੀ ਕਰਦੇ ਆ ਨਾ, ਵਿਆਹ ਜਦੋਂ ਆਪਾਂ ਤੈਅ ਕਰਨਾ ਹੁੰਦਾ ਆਪਾਂ ਕੁੜੀ ਵਾਲੇ ਦੱਸ ਦਿੰਦੇ ਆ ਮੇਰੀ ਕੁੜੀ ਨੂੰ ਆ ਵੀ ਆਉਂਦਾ, ਮੇਰੀ ਕੁੜੀ ਇਹਦੇ 'ਚ ਵੀ ਬਹੁਤ ਲਾਇਕ ਆ, ਹਨਾ, ਤੇ ਮੁੰਡੇ ਵਾਲੇ ਦੱਸ ਦਿੰਦੇ ਆ, ਹਨਾ, ਮਾਫ ਕਰਨਾ ਪਰ ਅਸੀਂ ਕਿਤੇ ਕਿਤੇ ਵਧਾ ਕੇ ਵੀ ਦੱਸ ਦਿੰਦੇ ਆ। ਬਿਲਕੁਲ, ਸਾਡੇ ਬੱਚੇ ਨੂੰ ਆ ਵੀ ਕੰਮ ਆਉਂਦਾ ਤੇ ਆ ਵੀ ਆਉਂਦਾ, ਜਿਹੜਾ ਨਹੀਂ ਆਉਂਦਾ ਉਹ ਸ਼ਾਇਦ ਉਹ ਦੱਸਦੇ ਨੇ। ਤੇ ਮੇਰੇ ਖਿਆਲ ਨਾਲ ਕਿ ਇੱਕ ਐਸੀ ਸੈਸ਼ਨ ਹੋਣਾ ਚਾਹੀਦਾ ਜਿਹਦੇ ਵਿੱਚ ਬਹਿ ਕੇ, ਸੈਸ਼ਨ ਨਹੀਂ, ਘਰਾਂ ਪਰਿਵਾਰਾਂ ਦੇ ਵਿੱਚ ਬਹਿ ਕੇ ਆਪਾਂ ਇਸ ਗੱਲ ਨੂੰ ਵੀ ਇੱਕ ਦੂਜੇ ਦੇ ਸਾਹਮਣੇ ਰੱਖੀਏ ਕਿ ਸਾਡੀ ਧੀ ਨੂੰ ਕੀ ਨਹੀਂ ਆਉਂਦਾ, ਸਾਡੀ ਧੀ ਦੇ ਕੋਲ ਕਿਹੜੀ ਕਲਾ ਹੈ ਉਹ ਜਿਹੜੀ ਨਹੀਂ ਹੈਗੀ, ਜਾਂ ਮੁੰਡਾ ਜਿਹੜਾ ਹੈ ਉਹ ਕੀ ਨਹੀਂ ਕਰ ਸਕਦਾ ਹੈਗਾ, ਸੋ ਦੈਟ ਅੱਗੇ ਜਾ ਕੇ ਸਿਰਫ ਖੂਬੀਆਂ ਹੀ ਨਾ ਪਤਾ ਹੋਣ, ਉਹਨਾਂ ਨੂੰ ਇੱਕ ਦੂਜੇ ਦੀਆਂ, ਉਹਨਾਂ ਨੂੰ ਕਮੀਆਂ ਨੂੰ ਵੀ ਪਤਾ ਹੋਵੇ ਕਿ ਇਸ ਬੱਚੇ ਦੇ ਵਿੱਚ ਆਹ ਕਮੀ ਆ, ਅਸੀਂ ਇਹਨੂੰ ਸਿਖਾਉਣਾ ਆ, ਹਨਾ। ਬਿਲਕੁਲ, ਜੇ ਇੱਕ ਦੂਜੇ ਦੀਆਂ ਕਮੀਆਂ ਦਾ ਪਤਾ ਹੋਵੇ ਤੇ ਮੇਰੇ ਖਿਆਲ ਹੈ ਕਿ ਦੋਨੋਂ ਕੁੜੀ ਤੇ ਮੁੰਡਾ ਇੱਕ ਦੂਜੇ ਨੂੰ ਇੱਕ ਦੂਜੇ ਦੇ ਪੂਰਕ ਬਣ ਕੇ ਟੱਕਰਨ ਤੇ ਉਹਨਾਂ ਦੀ ਜ਼ਿੰਦਗੀ ਕਾਫੀ ਸੁਖਾਲੀ ਹੋਵੇ। ਬਿਲਕੁਲ ਐਡ ਕਰਦੀ ਆ, ਇਹ ਵੈਸੇ ਗੱਲ ਹਾਸੇ ਵਾਲੀ ਆ, ਰੱਬ ਨਾ ਕਰੇ ਕਿਸੇ ਨਾਲ ਏਦਾਂ ਦਾ ਹੋਵੇ ਕੁਝ ਵੀ। ਮੈਨੂੰ ਹੈਗਾ ਕਿ ਆਪਾਂ ਪ੍ਰੀ ਵੈਡਿੰਗ ਸ਼ੂਟ ਕਰਾ ਲੈਂਦੇ ਆ, ਰੱਬ ਨਾ ਕਰੇ ਕਿਸੇ ਕਾਰਨ ਕਰਕੇ ਉਹ ਰਿਸ਼ਤਾ ਸਿਰੇ ਨਹੀਂ ਚੜਦਾ ਬਾਅਦ ਚ ਵਿਆਹ ਤੋਂ, ਹਨਾ, ਕਈ ਵਾਰੀ ਤਲਾਕ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ, ਜਾਂ ਬਹੁਤ ਘਰ ਟੁੱਟਦੇ ਵੀ ਨੇ, ਆਪਾਂ ਦੇਖੇ ਨੇ, ਹਨਾ, ਕਿਸੇ ਨਾ ਕਿਸੇ ਗੱਲ ਕਰਕੇ। ਤੇ ਫਿਰ ਉਹ ਫੋਟੋਆਂ ਸਾਂਭਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ, ਹਨਾ, ਨਾ ਬੰਦਾ ਡਿਲੀਟ ਕਰਨ ਜੋਗਾ ਤੇ ਨਾ ਹੀ ਰੱਖਣ ਜੋਗਾ ਕਿ ਪੈਸਾ ਇੰਨਾ ਲੱਗਾ ਹੁੰਦਾ ਉਹਦੇ ਤੇ। ਬਿਲਕੁਲ, ਹਨਾ। ਸੋ ਇਹ ਵਾਕਿਆ ਹੀ ਹੈ, ਦੁਆ ਹੈ ਕਿ ਸਾਰਿਆਂ ਦੇ ਰਿਸ਼ਤੇ ਜੀ ਬਿਲਕੁਲ, ਪਰ ਕਈ ਵਾਰ ਕਿਸੇ ਕਾਰਨ ਕਰਕੇ ਜੇ ਕੋਈ ਰਿਸ਼ਤਾ ਸਿਰੇ ਨਹੀਂ ਚੜਦਾ ਤੇ ਵਾਕਈ ਬਹੁਤ ਤੁਹਾਨੂੰ ਉਹ ਜਿਹੜੇ ਤੁਹਾਡੇ ਇਮੋਸ਼ਨਸ ਹੁੰਦੇ ਨੇ ਉਹਨਾਂ ਦੇ ਲਈ ਤਕਲੀਫ ਤੇ ਹੁੰਦੀਆਂ ਨੇ ਸ਼ਾਇਦ ਇਹ ਯਾਦਾਂ ਵੀ, ਫਿਰ ਕਿਉਂਕਿ ਯਾਦਾਂ ਉਹੀ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਖੂਬਸੂਰਤ ਸੁਹਾਨੀਆਂ ਹੋਣ, ਜਿਨ੍ਹਾਂ ਨੇ ਚੰਗੀਆਂ ਹੋਰ ਯਾਦਾਂ ਦਿੱਤੀਆਂ ਹੋਣ ਤੁਹਾਨੂੰ। ਖੈਰ ਇਹ ਇੱਕ ਵੱਖਰਾ ਵਿਸ਼ਾ ਹੋ ਜਾਂਦਾ ਤੇ ਜਦੋਂ ਰਿਸ਼ਤਿਆਂ ਦੀ ਅਸੀਂ ਗੱਲ ਕਰਦੇ ਹਾਂ, ਅੱਜ ਅਸੀਂ ਗੱਲ ਲੋਕ ਵਿਖਾਵੇ ਦੀ ਕਰ ਰਹੇ ਹਾਂ, ਜਿੱਥੇ ਅਸੀਂ ਵਿਆਹਾਂ ਦੀਆਂ ਰਸਮਾਂ ਜਿਹੜੀਆਂ ਨੇ ਅੱਜ ਕੱਲ ਪੁਰਾਣੇ ਤਰੀਕਿਆਂ ਦੇ ਨਾਲ ਵਿਆਹ ਕੀਤੇ ਜਾ ਰਹੇ ਨੇ। ਚੰਗੀ ਗੱਲ ਹੈ, ਚੰਗਾ ਵੀ ਲੱਗਦਾ ਹੈ, ਮਜ਼ਾ ਵੀ ਆਉਂਦਾ ਹੈ, ਪਰ ਬਹੁਤਾਤ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਉਹ ਕਾਹਲੀ ਦੇ ਵਿੱਚ ਹੁੰਦੇ ਨੇ ਇਹਨਾਂ ਰਸਮਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਆਪਣੇ ਕੰਮਾਂ ਦਾ ਫਿਕਰ ਹੁੰਦਾ ਹੈ, ਫਿਰ ਆਪਣੇ ਘਰਾਂ ਦੇ ਕੰਮਾਂ ਦਾ ਵੀ ਫਿਕਰ ਹੁੰਦਾ ਹੈ, ਤੇ ਉਹਨਾਂ ਨੇ ਫਿਰ ਬਣ ਫੱਬ ਕੇ ਤੇ ਮੇਲ ਦੇ ਵਿੱਚ ਵੀ ਸ਼ਾਮਿਲ ਹੋਣਾ। ਖਾਸ ਕਰਕੇ ਜਦੋਂ ਆਪਾਂ ਬਾਹਰ ਰਹਿੰਦੇ ਆ ਨਾ, ਪੰਜਾਬ 'ਚ ਤੇ ਹਾਲੇ ਤੱਕ ਫਿਰ ਵੀ ਥੋੜਾ ਜਿਹਾ ਹੈ ਕਿ ਔਰਤਾਂ ਖਾਸ ਕਰਕੇ ਜਿਹੜੀਆਂ ਨਹੀਂ ਕੰਮ ਕਰਦੀਆਂ ਉਹ ਫਿਰ ਵੀ ਸ਼ਿਰਕਤ ਕਰ ਲੈਂਦੀਆਂ ਨੇ, ਕਿਉਂਕਿ ਘਰਾਂ ਦੇ ਕੰਮ ਮੁਕਾ ਕੇ ਆ ਜਾਂਦੀਆਂ ਨੇ। ਪਰ ਜੇ ਆਪਾਂ ਇੱਥੇ ਦੇਖੀਏ ਤੇ ਇੱਥੇ ਤੇ ਹਰ ਔਰਤ ਕੰਮ ਕਰ ਰਹੀ ਆ, ਹਨਾ, ਉਹਦੇ ਲਈ ਸਮਾਂ ਕੱਢਣਾ ਬਹੁਤ ਔਖਾ ਆ। ਡੈਫੀਨੇਟਲੀ। ਤੇ ਫਿਰ ਅਸੀਂ ਫੋਟੋ ਸ਼ੂਟਸ ਦੀ ਗੱਲ ਕਰਦੇ, ਜਸਪ੍ਰੀਤ, ਫੋਟੋ ਸ਼ੂਟ ਜਿਵੇਂ ਅਸੀਂ ਪ੍ਰੀ ਵੈਡ ਸ਼ੂਟ ਦੀ ਗੱਲ ਕੀਤੀ, ਜਾਂ ਵਿਆਹਾਂ ਤੋਂ ਬਾਅਦ ਵੀ ਫਿਰ ਦੁਬਾਰਾ ਦੂਸਰਾ ਫੋਟੋ ਸ਼ੂਟ ਵੀ ਜਿਹੜਾ ਹੁੰਦਾ ਹੈ, ਫਿਰ ਰਿਸੈਪਸ਼ਨ ਤੇ ਵੀ ਹੁੰਦਾ ਹੈ, ਸੋ ਉਹ ਸਾਰੀਆਂ ਚੀਜ਼ਾਂ ਡੈਫੀਨੇਟਲੀ ਇਹਨਾਂ ਰਸਮਾਂ ਦਾ ਹਿੱਸਾ ਨੇ। ਕਿਸੇ ਹੱਦ ਤੱਕ ਅਸੀਂ ਸਾਂਭਣੀਆਂ ਵੀ ਹੁੰਦੀਆਂ ਨੇ ਆਪਣੀਆਂ ਯਾਦਾਂ, ਜਾਇਜ਼ ਹੈ, ਪਰ ਅਸੀਂ ਗੁਰੇਜ਼ ਕਰ ਸਕਦੇ ਹਾਂ, ਸੋਚ ਵਿਚਾਰ ਕਰ ਸਕਦੇ ਹਾਂ, ਐਨਾਲਾਈਜ਼ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਜਿਹੜੀ ਹੈ ਸਾਨੂੰ ਉਹਦੀ ਜ਼ਰੂਰਤ ਹੈ, ਕਿਹੜੀ ਚੀਜ਼ ਤੋਂ ਬਿਨਾਂ ਸਰ ਵੀ ਸਕਦਾ। ਬਿਲਕੁਲ, ਮਤਲਬ ਲੋਕ ਦਿਖਾਵੇ ਦੇ ਚੱਕਰ ਦੇ ਵਿੱਚ ਇਹ ਨਾ ਹੋਵੇ ਕਿ ਅਸੀਂ ਆਪਣਾ ਹੀ ਕੁੰਡਾ ਕਰਾ ਲਈਏ, ਹਨਾ। ਜੇ ਤੁਹਾਡਾ ਬਜਟ ਅਲਾਉ ਕਰਦਾ ਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ 'ਚ ਕੋਈ ਹਰਜ ਨਹੀਂ, ਪਰ ਜੇ ਸੀਮਤ ਬਜਟ ਰੱਖ ਕੇ ਤੁਸੀਂ ਸਿਰਫ ਇਸ ਡਰੋਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਆ ਕਿ ਤੁਹਾਡੀ ਇਹ ਜ਼ਰੂਰਤ ਆ, ਤੁਹਾਨੂੰ ਇਹ ਕੰਮ ਕਰਨਾ ਹੀ ਪੈਣਾ ਆ, ਤਾਂ ਫਿਰ ਮੈਨੂੰ ਲੱਗਦਾ ਕੋਈ ਏਡੀ
ਜ਼ਿਆਦਾ ਸੋਚਣ ਵਾਲੀ ਗੱਲ ਨਹੀਂ ਹੁੰਦੀ, ਸਾਨੂੰ ਆਪਣੇ ਆਪ ਨੂੰ ਲੱਗ ਰਿਹਾ ਹੁੰਦਾ। ਮਤਲਬ ਇਹ ਨਹੀਂ ਹੈ ਕਿ ਜੇ ਹਰਜੀਤ ਨੇ ਕਰਾਇਆ ਤੇ ਮੈਂ ਵੀ ਕਰਾਉਣਾ ਹੀ ਕਰਾਉਣਾ ਹੈ। ਜੀ ਬਿਲਕੁਲ, ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ ਨਾ ਵਿੱਚ। ਅਸੀਂ ਫੋਟੋ ਸ਼ੂਟ ਦੇ ਵਿੱਚ ਇੱਕ ਹੋਰ ਚੀਜ਼, ਜਸਪ੍ਰੀਤ, ਮੇਰੀ ਗੱਲ ਹੋ ਰਹੀ ਸੀ ਵੈਲਿੰਗਟਨ ਤੇ, ਅਸੀਂ ਗੱਲ ਕਰਦੇ ਸੀ, ਕਈ ਵਾਰ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਹੁਣ ਹੋਰ ਜਿਹੜੀਆਂ ਚੀਜ਼ਾਂ ਨੇ ਸਾਡੇ ਜੀਵਨ ਦੇ, ਹੋਰ ਜਿਹੜੇ ਇਵੈਂਟਸ ਆਉਂਦੇ ਨੇ ਸਾਡੀ ਲਾਈਫ ਦੇ ਵਿੱਚ ਬੜੇ ਮੈਮੋਰੇਬਲ ਹੁੰਦੇ ਨੇ, ਉਹਨਾਂ ਦੇ ਲਈ ਵੀ ਅਸੀਂ ਫੋਟੋ ਸ਼ੂਟ ਕਰਵਾਉਂਦੇ ਆ। ਮੈਟਰਨਿਟੀ ਫੋਟੋ ਸ਼ੂਟ ਅੱਜ ਕੱਲ੍ਹ ਬਹੁਤ ਕਾਮਨ ਹੈ, ਤੇ ਉਹ ਮੈਨੂੰ ਲੱਗਦਾ ਕਿ ਉਹ ਜਿਹੜਾ ਸਮਾਂ ਹੁੰਦਾ ਗੋਲਡਨ ਪੀਰੀਅਡ ਹੈ ਤੁਹਾਡੀ ਲਾਈਫ ਦਾ, ਤੇ ਤੁਸੀਂ ਉਹਨੂੰ ਵਾਕਈ ਹਮੇਸ਼ਾ ਲਈ ਯਾਦ ਰੱਖਣਾ ਚਾਹੁੰਦੇ ਆ। ਉਹ ਮੈਟਰਨਿਟੀ ਫੋਟੋ ਸ਼ੂਟ ਦੇ ਵਿੱਚ ਇੱਕ ਮਰਿਆਦਾ ਜੇ ਤੁਸੀਂ ਬਰਕਰਾਰ ਰੱਖਦੇ ਆ, ਮੈਟਰਨਿਟੀ ਫੋਟੋ ਸ਼ੂਟ ਕਰਾਉਂਦੇ ਆ, ਪਬਲਿਕਲੀ ਉਹ ਫੋਟੋਆਂ ਪੈ ਰਹੀਆਂ ਨੇ, ਮੇਰੇ ਖਿਆਲ ਹੈ ਕਿ ਉਹ ਕੋਈ ਸ਼ਾਇਦ ਨੋਟਿਸ ਕਰੇ, ਕੋਈ ਨਾ ਵੀ ਕਰੇ, ਤੇ ਤੁਹਾਡੀਆਂ ਮੈਮਰੀਜ਼ ਨੇ, ਤੁਹਾਡੀ ਲਾਈਫ ਦੇ ਲਈ ਉਹ ਬਹੁਤ ਇੰਪੋਰਟੈਂਟ ਨੇ। ਪਰ ਕਿਤੇ ਕਿਤੇ ਤੁਹਾਨੂੰ ਪਤਾ ਪੁਰਾਣੇ ਸਮੇਂ ਦੇ ਵਿੱਚ ਆਪਾਂ ਜਿਵੇਂ ਗੱਲ ਕਰਦੇ ਸੀ ਕਿ ਜਦੋਂ ਇਦਾਂ ਦਾ ਟਾਈਮ ਹੁੰਦਾ ਸੀ ਤੇ ਕੁੜੀਆਂ ਆਪਣੇ ਭਰਾਵਾਂ ਦੇ, ਫਾਦਰਸ ਦੇ ਸਾਹਮਣੇ ਜਾਣ ਤੋਂ ਵੀ ਝਿਜਕਦੀਆਂ ਸੀ, ਉਹਨਾਂ ਨੂੰ ਇੱਕ ਸ਼ਰਮ ਹੁੰਦੀ ਸੀ, ਝਾਕਾ ਹੁੰਦਾ ਸੀ ਵੀ ਮੈਂ ਇਸ ਹਾਲਤ 'ਚ ਉਹਨਾਂ ਦੇ ਸਾਹਮਣੇ ਨਹੀਂ ਜਾਣਾ। ਬਿਲਕੁਲ। ਸੋ ਸਮਾਂ ਕਾਫੀ ਬਦਲ ਗਿਆ, ਅੱਜ ਕੱਲ੍ਹ ਇਹ ਚੀਜ਼ਾਂ ਕਾਫੀ ਖੁੱਲ ਕੇ ਅਸੀਂ ਜਿੱਦਾਂ ਕੌਨਫੀਡੈਂਟਲੀ ਇਹ ਚੀਜ਼ਾਂ ਜਿਹੜੀਆਂ ਫੋਟੋਆਂ 'ਚ ਲੈ ਰਹੇ ਹਾਂ। ਪਰ ਕਿਤੇ ਕਿਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਕੁਛ ਅਸੀਂ ਆਪਣੀਆਂ ਮਰਿਆਦਾਵਾਂ ਲੰਘ ਕੇ ਵੀ ਬਹੁਤ ਲੋੜ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਉਹਨੂੰ ਥੋੜਾ ਵਧਾ ਕੇ ਵੀ ਦਿਖਾ ਰਹੇ ਆ। ਮੇਰੇ ਖਿਆਲ ਨਾਲ ਨਾ ਇਹ ਦਿਖਾਵੇ ਦੇ ਵਿੱਚ ਨਾ ਬੇਸ਼ੱਕ ਆਪਾਂ ਕਹੀਏ ਫਿਲਮਾਂ ਜਾਂ ਬਾਲੀਵੁੱਡ ਜਾਂ ਉਹਨਾਂ ਲੋਕ, ਕਿਉਂਕਿ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਆ ਜਾਂ ਸੋ ਕਾਲਡ ਆਪਾਂ ਉਹਨਾਂ ਦੇ ਫੈਨ ਹੁੰਦੇ ਆ, ਉਹ ਬਹੁਤ ਮਾਇਨਾ ਰੱਖਦੇ, ਕਿਉਂਕਿ ਅੱਜ ਕੱਲ੍ਹ ਬਹੁਤ ਰਿਵਾਜ਼ ਹੈ ਕਿ ਉਹ ਜਿਹੜੇ ਬਾਲੀਵੁੱਡ ਸਟਾਰਸ ਨੇ ਜਾਂ ਫਿਰ ਪੰਜਾਬੀ ਦੇ ਸਟਾਰਸ ਵੀ ਨੇ, ਬਾਲੀਵੁੱਡ ਦੇ, ਉਹ ਬਹੁਤ ਕੁਛ ਕਰ ਰਹੇ ਨੇ ਐਸਾ, ਉਹਨਾਂ ਦੇ ਵਿੱਚ ਬਹੁਤ ਕਰੇਜ਼ ਆ ਇਹ ਫੋਟੋ ਸ਼ੂਟ ਕਰਾਉਣ ਦਾ ਨਾ। ਪਰ ਜਦੋਂ ਤੱਕ ਤੇ ਇਹ ਕਿਸੇ ਸੀਮਾ ਦੇ ਅੰਦਰ ਅੰਦਰ ਆ, ਜਿਵੇਂ ਤੁਸੀਂ ਕਿਹਾ, ਉਦੋਂ ਤੱਕ ਤਾਂ ਚਲੋ ਜਾਇਜ਼ ਹੈ, ਪਰ ਕਿਤੇ ਕਿਤੇ ਇਹ ਬਹੁਤ ਸੀਮਾ ਟੱਪ ਜਾਂਦਾ, ਅਸ਼ਲੀਲਤਾ ਵੱਲ ਨੂੰ ਚਲ ਜਾਂਦਾ ਹੈ। ਇਹ ਮੈਨੂੰ ਲੱਗਦਾ ਸ਼ਾਇਦ ਕਈ ਵਾਰ ਅਸੀਂ ਰਿਅਲਾਈਜ਼ ਨਹੀਂ ਕਰਦੇ ਇਹ ਚੀਜ਼। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਸਮਾਂ ਔਰਤ ਤੇ ਆਉਂਦਾ, ਇਹ ਬੜਾ ਇੱਕ ਗੋਲਡਨ ਪੀਰੀਅਡ ਹੁੰਦਾ ਉਹਦੀ ਲਾਈਫ ਦਾ, ਤੇ ਪਰਮਾਤਮਾ ਕਰੇ ਹਰ ਔਰਤ ਤੇ ਸਮਾਂ। ਸਹੀ ਗੱਲ ਹੈ। ਇਹ ਇਸ ਸਮੇਂ ਦੇ ਵਿੱਚ ਠੀਕ ਹੈ, ਤੁਸੀਂ ਕੌਨਫੀਡੈਂਟਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ ਕਮਿਊਨਿਟੀ ਦੇ ਵਿੱਚ, ਇਹ ਮੈਨੂੰ ਨਹੀਂ ਲੱਗਦਾ ਕੋਈ ਸ਼ਰਮ ਵਾਲੀ ਗੱਲ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਫੋਟੋ ਕਿਹੜੇ ਢੰਗ ਦੇ ਨਾਲ ਲਈ ਜਾਂਦੀ ਹੈ, ਕਿ ਉਹ ਤੁਹਾਡੀ ਪਰਸਨੈਲਿਟੀ ਨੂੰ ਵਾਕਈ ਅਸ਼ਲੀਲਤਾ ਦੇ ਵੱਲ ਨੂੰ ਲੈ ਕੇ ਜਾ ਰਹੀ ਹੈ, ਤੇ ਉਹ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਸੋਚਣ ਵਿਚਾਰਨ ਦੀ ਲੋੜ ਹੈ। ਜਾਂ ਕਹਿ ਲਈਏ ਕਿ ਜੇ ਅਸੀਂ ਵੈਸੇ ਨਾਰਮਲ ਫੋਟੋ ਸ਼ੂਟਸ ਦੀ ਵੀ ਗੱਲ ਕਰਦੇ ਹਾਂ, ਇਹ ਵੀ ਹੁਣ ਕਈ ਵਾਰੀ ਕਈ ਜੋੜੇ ਤਾਂ ਜਿਹੜੇ ਨੇ ਉਹਨਾਂ ਨੇ ਵਾਕਿਆ ਹੀ ਉਹਨਾਂ ਨੂੰ ਹੁੰਦਾ ਕਿ ਅਸੀਂ ਇਹ ਮੈਮਰੀਜ਼ ਸਾਂਭਣੀਆਂ ਨੇ, ਤੇ ਕਿਤੇ ਕਿਤੇ ਇਹ ਵੀ ਦੇਖਣ 'ਚ ਆਇਆ ਕਿ ਇਹ ਵੀ ਮਜਬੂਰੀ 'ਚ ਕੁਝ ਔਰਤਾਂ ਕਰਾ ਰਹੀਆਂ ਨੇ, ਕਿਉਂਕਿ ਉਹਨਾਂ ਦੇ ਫਰੈਂਡ ਸਰਕਲ 'ਚ ਉਹਨਾਂ ਨੂੰ ਕਿਹਾ ਗਿਆ ਕਿ ਨਹੀਂ ਇਹ ਅੱਜ ਕੱਲ੍ਹ ਰਿਵਾਜ ਹੈ, ਸਾਰੇ ਕਰਾਉਂਦੇ ਨੇ ਤੇ ਤੂੰ ਵੀ ਫੋਟੋ ਸ਼ੂਟ ਕਰਵਾ। ਸੋ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਮੇਰੇ ਖਿਆਲ ਨਾਲ ਜਿਹੜੇ ਫੋਟੋ ਸ਼ੂਟਸ ਦਾ ਜਿਹੜਾ ਚੱਕਰ ਹੈ, ਚਲੋ ਵਿਆਹਾਂ ਦੀ ਆਪਾਂ ਗੱਲ ਛੱਡ ਵੀ ਦਿੰਨੇ ਆ ਕਿ ਵਿਆਹਾਂ 'ਚ ਪੋਜ਼ ਬਣਦੇ ਸੀ, ਹੁਣ ਵੀ ਬਣਦੇ ਨੇ, ਬਸ ਉਹਦਾ ਦਾਇਰਾ ਉਹਨਾਂ ਨੇ ਵਧਾਤਾ ਆ, ਹਨਾ। ਪ੍ਰੀ ਵੈਡਿੰਗ ਸ਼ੂਟ ਤੇ ਮੈਟਰਨਿਟੀ ਸ਼ੂਟ, ਇਹ ਸਾਰਾ ਕੁਝ ਮੇਰੇ ਖਿਆਲ ਨਾਲ ਜਿਹੜਾ ਆਇਆ ਆ, ਉਹ ਆਇਆ ਹੀ ਲੋਕ ਦਿਖਾਵੇ 'ਚੋਂ ਹੈ, ਕਹਿ ਸਕਦੇ ਹਾਂ ਕਿਸੇ ਹੱਦ ਤੱਕ। ਕਿਉਂਕਿ ਜਦੋਂ ਜੇ ਯਾਦਾਂ ਹੀ ਸਾਂਭਣ ਦੀ ਗੱਲ ਹੈ ਤੇ ਉਹ ਤੇ ਵਿਆਹ ਵਾਲੇ ਦਿਨ ਜਾਂ ਫਿਰ ਅੱਜ ਮਤਲਬ ਇੱਕ ਦਿਨ ਪਹਿਲਾਂ ਜਦੋਂ ਸ਼ਗਨ ਪੈਂਦਾ ਆ, ਯਾਦਾਂ ਤਾਂ ਉਦੋਂ ਵੀ ਕੈਮਰੇ 'ਚ ਬੰਦ ਕਰ ਸਕਦੇ ਹਾਂ ਆਪਾਂ। ਜੀ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਸ਼ਾਇਦ ਉਹ ਥੋੜੀ ਉਦਾਸੀ ਵਾਲੀ ਗੱਲ ਜ਼ਰੂਰ ਆ। ਜਦੋਂ ਆਪਾਂ ਸਾਰਿਆਂ ਨਾਲ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਾਂ ਤੇ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਹੈ, ਉੱਥੇ ਤੁਹਾਡੇ ਨਾਲ ਜੁੜਿਆ ਹੋਇਆ ਹਰ ਇਨਸਾਨ ਜਿਹੜਾ ਦਿਲੋਂ ਤੁਹਾਡੀ ਖੁਸ਼ੀ ਦੇਖ ਕੇ ਖੁਸ਼ ਨਹੀਂ ਹੋ ਰਿਹਾ ਹੁੰਦਾ। ਬਿਲਕੁਲ। ਤੇ ਇਹ ਸੱਚ ਹੈ, ਫੈਕਟ ਹੈ, ਤੁਸੀਂ ਵੀ ਮੇਰੇ ਨਾਲ ਸਹਿਮਤ ਜ਼ਰੂਰ ਹੋਗੇ। ਇੱਕ ਇਦਾਂ ਦਾ ਵੀ ਕੇਸ ਹੋਇਆ ਜਸਪ੍ਰੀਤ ਕਿ ਉਹਨਾਂ ਨੇ ਫੋਟੋ ਸ਼ੂਟ ਕਰਵਾਇਆ, ਮੈਟਰਨਿਟੀ ਫੋਟੋ ਸ਼ੂਟ ਹੋਇਆ ਤੇ ਸਾਂਝਾ ਕੀਤਾ ਗਿਆ, ਤੇ ਡੈਫੀਨੇਟਲੀ ਕਿਉਂਕਿ ਉਹ ਇਨਸਾਨ ਇਸ ਵੇਲੇ ਬੜੀ ਖੁਸ਼ੀ ਦੀ ਕੈਫੀਅਤ ਦੇ ਵਿੱਚ ਹੈ, ਤੇ ਉਹਨਾਂ ਨੂੰ ਇੰਜ ਲੱਗ ਰਿਹਾ ਹੁੰਦਾ ਕਿ ਹਾਂ ਉਹਨਾਂ ਦਾ ਟਾਈਮ, ਪਰਮਾਤਮਾ ਸਾਰਿਆਂ ਤੇ ਸੋਹਣਾ ਟਾਈਮ ਲਿਆਵੇ। ਪਰ ਬਹੁਤ ਅਨਫੋਰਚੂਨੇਟ ਰਿਹਾ ਕਿ ਉਹਨਾਂ ਦੇ ਨਾਲ ਕੋਈ ਐਸਾ ਹਾਦਸਾ ਹੋਇਆ ਕਿ ਉਹ ਬੱਚੇ ਨੇ ਜਨਮ ਨਹੀਂ ਲੈ ਸਕਿਆ। ਉਹ ਸਮੇਂ ਤੋਂ ਪਹਿਲਾਂ ਹੀ ਉਹ ਬੱਚਾ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਜਿਵੇਂ ਉਹਨੂੰ ਕੋਈ ਪ੍ਰੋਬਲਮ ਹੋਈ। ਪਰ ਉਸ ਤੋਂ ਬਾਅਦ ਫਿਰ ਉਹ ਫੋਟੋਜ਼ ਦੇਖ ਕੇ ਉਹ ਲੇਡੀ ਇੰਨੀ ਕੁ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹੀ ਕਿ ਉਹਨੂੰ ਹਸਪੀਟਲ ਐਡਮਿਟ ਤੱਕ ਕਰਵਾਉਣਾ ਪਿਆ। ਸੋ ਇਹ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ, ਇਹ ਸਾਰੇ ਸਾਡੀ ਲਾਈਫ ਦੇ ਫੇਜ਼ ਨੇ। ਅਸੀਂ ਆਪ ਪਹਿਲਾਂ ਤੋਂ ਤਾਂ ਡਿਸਾਈਡ ਨਹੀਂ ਕਰ ਸਕਦੇ, ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਪਰਸਨਲ ਹੁੰਦੀਆਂ ਨੇ, ਮੇਰੇ ਖਿਆਲ ਹੈ ਮਤਲਬ ਅਸੀਂ ਅਸੀਂ ਸਾਂਝਾ ਕਰ ਹਰ ਖੁਸ਼ੀ ਨੂੰ ਮਾਨਣ ਦਾ ਬੇਸ਼ੱਕ ਇਹ ਜ਼ਰੂਰੀ ਹੈ, ਅਸੀਂ ਹਰ ਚੀਜ਼ ਨੂੰ ਨੈਗੇਟਿਵ ਪਾਸੇ ਨਹੀਂ ਸੋਚ ਸਕਦੇ, ਪਰ ਹਰ ਚੀਜ਼ ਨੂੰ ਦੇਖੋ ਆਪਾਂ ਫੋਟੋ ਸ਼ੂਟ ਕਰਾ ਲਿਆ,
ਮੈਟਰਨਿਟੀ ਫੋਟੋਸ਼ੂਟ ਜਿਹੜਾ ਗਿਆ ਆਪਾਂ ਕਰਾ ਲਿਆ, ਆਪਣੇ ਕੋਲ ਰੱਖ ਲਈਆਂ ਯਾਦਾਂ ਸਾਂਭ ਕੇ। ਜਦੋਂ ਸਾਰਾ ਕੁਝ ਸੁੱਖੀ ਸੰਦੀ ਹੋ ਗਿਆ, ਸਭ ਕੁਝ ਹੋ ਗਿਆ, ਅਸੀਂ ਉਹ ਫੋਟੋਸ਼ੂਟ ਦੀਆਂ ਫੋਟੋਆਂ ਬਾਅਦ ਵਿੱਚ ਵੀ ਨਾਟ ਵਾਇਰਲ ਕਰ ਸਕਦੇ ਹਾਂ, ਬਾਅਦ ਵਿੱਚ ਵੀ ਲੋਕ ਸ਼ੇਅਰ ਕਰ ਸਕਦੇ ਆ। ਦੇਖੋ ਖੁਸ਼ੀ ਸ਼ੇਅਰ ਕਰਨੀ ਡੈਫੀਨੇਟਲੀ ਬਹੁਤ ਸਾਰੇ ਲੋਕ ਹੁੰਦੇ ਨੇ ਤੁਹਾਡੀ ਖੁਸ਼ੀ 'ਚ ਖੁਸ਼ ਹੁੰਦੇ ਵੀ ਨੇ, ਪਰ ਕਿਉਂਕਿ ਅੱਜ ਕੱਲ ਕਿਸੇ ਕੋਲ ਕਿਸੇ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਸਮਾਂ ਹੈਗਾ ਸੋ ਅਸੀਂ ਕਿ ਬਹੁਤ ਜ਼ਿਆਦਾ ਨੈਗੇਟਿਵ ਹੀ ਹੋ ਜਾਈਏ ਕਿ ਅਸੀਂ ਆਪਣੀ ਕੋਈ ਖੁਸ਼ੀ ਨਾ ਸਾਂਝੀ ਕਰੀਏ। ਗੱਲ ਮੈਨੂੰ ਲੱਗਦਾ ਸਿਰਫ ਇੱਥੇ ਆ ਕੇ ਮੁੱਕਦੀ ਹੈ ਕਿ ਇੱਕ ਹੱਦ ਤੱਕ ਅਸੀਂ ਸ਼ੇਅਰ ਕਰੀਏ, ਪਰ ਔਰ ਇਹ ਹੱਦ ਕੀ ਹੈ, ਇਹ ਸਾਨੂੰ ਆਪਣੇ ਆਲੇ ਦੁਆਲੇ ਦੇ ਹਿਸਾਬ ਨਾਲ, ਆਪਣੇ ਪਰਿਵਾਰ ਦੇ ਹਿਸਾਬ ਨਾਲ, ਜਾਂ ਕੇ ਲਈ ਕਿ ਆਪਣੇ ਭਾਈਚਾਰੇ ਦੇ ਹਿਸਾਬ ਨਾਲ ਤੈਅ ਜ਼ਰੂਰ ਕਰਨੀ ਪਏਗੀ, ਸਾਨੂੰ ਸੋਚਣਾ ਪਏਗਾ। ਤੇ ਹਰ ਇਨਸਾਨ, ਕਿਉਂਕਿ ਜੇ ਤੁਸੀਂ ਗਰੋਨ ਅਪ ਹੋ, ਐਡਲਟ ਹੋ, ਤੇ ਜ਼ਰੂਰ ਤੁਸੀਂ ਇਸ ਕਾਬਲ ਹੋ ਕਿ ਤੁਹਾਡੀ ਜਿਹੜੀ ਸਮਰੱਥਾ ਤੁਹਾਨੂੰ ਇਜਾਜ਼ਤ ਦੇਵੇ ਕਿ ਕਿੰਨਾ ਕੁ ਵਾਜਬ ਹੈ ਕੋਈ ਵੀ ਕੰਮ। ਕਹਿੰਦੇ ਇਲਾਸਟਿਕ ਨੂੰ ਵੀ ਜੇ ਅਸੀਂ ਹੱਦ ਤੋਂ ਜ਼ਿਆਦਾ ਖਿੱਚੀਏ ਤੇ ਟੁੱਟ ਸਕਦੀ ਹੈ ਜਾਂ ਵਾਪਸ ਆਪਣੀ ਸ਼ੇਪ ਵੀ ਜਾ ਸਕਦੀ ਹੈ, ਤੇ ਜਦੋਂ ਉਹਨੇ ਇੱਕੋ ਦਮ ਛੱਡਣਾ ਤੇ ਉਹ ਆਪਣੇ ਆਪ ਨੂੰ ਹੀ ਦਰਦ ਦਿੰਦੀ ਹੈ। ਸੋ ਜੇ ਅਸੀਂ ਲੋਡ ਜਿੰਨਾ ਹੀ ਖਿੱਚਾਂਗੇ ਤੇ ਉਹ ਵਾਪਸ ਆਪਣੀ ਸ਼ੇਪ ਦੇ ਵਿੱਚ ਆ ਜਾਂਦੀ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਜ਼ਿੰਦਗੀ ਦੇ ਕਈ ਅਰਥ ਸਿੱਖਣ ਨੂੰ ਮਿਲਦੇ ਨੇ। ਬਿਲਕੁਲ ਇਹ ਤਾਂ ਤੁਸੀਂ ਉਹਦੀ ਗੱਲ ਕਰ ਲਈ ਨਾ, ਵਿਆਹਾਂ ਦੀ, ਮੈਟਰਨਿਟੀ ਸ਼ੂਟ ਦੀ। ਮੈਂ ਕਹਿੰਦੀ ਅੱਜ ਕੱਲ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਬਹੁਤ ਦਿਖਾਵਾ ਹੋ ਰਿਹਾ ਆ। ਜੇ ਆਪਾਂ ਬਰਥਡੇ ਪਾਰਟੀਆਂ ਦੀ ਗੱਲ ਕਰ ਲਵਾਂ ਮੈਂ, ਹਨਾ, ਇੱਕ ਹੋ ਗਿਆ ਥੀਮ ਰੱਖ ਕੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਲੋਕਾਂ ਨੂੰ ਬੁਲਾਉਣਾ, ਲੋਕਾਂ ਤੇ ਬੋਝ ਪਾਉਣਾ, ਉਹ ਵੀ ਸਾਰਾ ਕੁਝ ਹੋ ਜਾਂਦਾ। ਉਸ ਤੋਂ ਬਾਅਦ ਵਿੱਚ ਜਿਹੜੇ, ਜਿਵੇਂ ਮੇਰੀ ਬੇਟੀ ਦਾ ਬਰਥਡੇ ਆ, ਠੀਕ ਹੈ, ਮੈਂ ਆਪਣੀ ਬੇਟੀ ਨੂੰ ਬਹੁਤ ਕੀਮਤੀ ਕੋਈ ਚੀਜ਼ ਦੇਣੀ ਆ, ਹਨਾ, ਪਰ ਇਹ ਜ਼ਰੂਰੀ ਤਾਂ ਨਹੀਂ ਕਿ ਮੈਂ ਉਹਨੂੰ ਕੈਮਰੇ ਮੂਹਰੇ ਦੇਣੀ ਆ, ਹੈਨਾ। ਮਤਲਬ ਵੀ ਲਾਈਵ ਹੋ ਕੇ ਜਾਂ ਫਿਰ ਵੀਡੀਓ ਬਣਾ ਕੇ ਉਸ ਵੀਡੀਓ ਨੂੰ ਬਾਅਦ ਚ ਸ਼ੇਅਰ ਕਰਨਾ, ਕਿਉਂਕਿ ਮੈਂ ਆਪਣੇ ਬੱਚੇ ਨੂੰ ਜੋ ਵੀ ਦੇਣਾ ਆ ਉਹ ਕੋਈ ਦਿਖਾਵਾ ਨਹੀਂ ਹੈਗਾ। ਪਰ ਅੱਜ ਕੱਲ ਇਹ ਰਿਵਾਜ ਹੋ ਗਿਆ ਹੈ ਕਿ ਅਸੀਂ ਜੇ ਕੋਈ ਬਹੁਤ ਵੱਡੀ ਚੀਜ਼ ਕਿਸੇ ਆਪਣੇ ਬੱਚੇ ਨੂੰ ਹੀ ਦੇਣੀ ਆ, ਜਾਂ ਆਪਾਂ ਪਾਰਟਨਰਸ ਦੀ ਗੱਲ ਕਰ ਲਈਏ ਨਾ, ਇੱਕ ਦੂਜੇ ਨੂੰ ਵੀ ਦੇਣੀ ਆ ਨਾ, ਸਾਨੂੰ ਇਹ ਆਦਤ ਹੋ ਗਈ ਕਿ ਅਸੀਂ ਉਹਦੀ ਵੀਡੀਓ ਬਣਾ ਕੇ, ਇੱਕ ਹੁੰਦਾ ਵੀਡੀਓ ਬਣਾ ਕੇ ਆਪਣੇ ਕੋਲ ਰੱਖਣਾ, ਇੱਕ ਹੁੰਦਾ ਕਿ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਦਿਖਾਉਣਾ। ਉੱਥੇ ਮੈਨੂੰ ਲੱਗਦਾ ਕਿ ਉੱਥੇ ਸਾਡੇ ਇਮੋਸ਼ਨਸ ਨਹੀਂ ਹੁੰਦੇ, ਉੱਥੇ ਸਾਡਾ ਮਕਸਦ ਹੁੰਦਾ ਲੋਕਾਂ ਨੂੰ ਦਿਖਾਉਣਾ, ਦੱਸਣਾ ਵੀ ਅਸੀਂ ਆ ਦੇ ਰਹੇ ਇੱਕ ਦੂਜੇ ਨੂੰ। ਸੋ ਮੇਰੇ ਖਿਆਲ ਹੈ ਕਿ ਆਪਸ ਦੇ ਵਿੱਚ ਦੋਵਾਂ ਜੀਆਂ ਦਾ ਕਾਹਦਾ ਲੈਣ ਦੇਣ ਹੁੰਦਾ, ਪਿਆਰ ਦੇ ਵਜੋਂ ਤੁਸੀਂ ਇੱਕ ਦੂਜੇ ਨੂੰ ਕੋਈ ਤੋਹਫਾ ਦਿੰਦੇ ਹੋ ਤੇ ਉਹ ਤੁਹਾਡੇ ਆਪਣੇ ਲਈ, ਇੱਕ ਦੂਜੇ ਦੇ ਲਈ ਆ। ਹਾਂ, ਕੋਈ ਹਰਜ ਤਾਂ ਨਹੀਂ ਇਹਨੂੰ ਸ਼ੇਅਰ ਕਰਨ ਚ, ਪਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਜੇ ਮੈਂ ਕੋਈ ਤੋਹਫਾ ਦੇਣਾ ਹੈ ਤੇ ਜ਼ਰੂਰੀ ਨਹੀਂ ਕਿ ਵੀ ਮੈਂ ਉਹ ਵੀਡੀਓ ਬਣਾ ਕੇ ਦੇਵਾਂ ਜਾਂ ਰਿਸੀਵ ਕਰਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਵਾਕਈ ਕਈ ਵਾਰੀ ਤੁਹਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ। ਜਸਪ੍ਰੀਤ, ਮੈਨੂੰ ਯਾਦ ਆ ਗਿਆ ਕਿ ਇਹ ਵੀ ਅੱਜ ਕੱਲ੍ਹ ਰਿਵਾਜ ਵੱਧ ਰਹੇ ਨੇ। ਜਿਵੇਂ ਜਿਵੇਂ ਸਾਨੂੰ ਹੁਣ ਜ਼ਿੰਦਗੀ 'ਚ ਅਸੀਂ ਅੱਗੇ ਜਾ ਰਹੇ, ਸਾਨੂੰ ਲੱਗਦਾ ਹੈ ਕਿ ਹਰ ਬੱਚੇ ਦਾ, ਹਰ ਇੱਕ ਦਾ ਜਨਮ ਦਿਨ ਮਨਾਉਣਾ ਜ਼ਰੂਰੀ ਆ, ਹਰ ਤਿਉਹਾਰ ਮਨਾਉਣਾ ਜ਼ਰੂਰੀ ਹੈ, ਤੇ ਹਰ ਤਿਉਹਾਰ ਤੇ ਕੋਈ ਖਾਸ ਤੋਹਫਾ ਦੇਣਾ ਜ਼ਰੂਰੀ ਆ। ਜਿੰਨੇ ਜਿੰਨੇ ਅਸੀਂ ਖਰਚੇ ਵਧਾ ਰਹੇ ਹਾਂ, ਮੇਰੇ ਖਿਆਲ ਘਟਣੇ ਨੇ। ਹਾਂਜੀ, ਇਹ ਸਾਡੇ ਤੇ ਅਸੀਂ ਕਿੰਨੇ ਕੁ ਵਧਾਉਣੇ ਨੇ। ਇੱਕ ਵਾਰੀ ਵਧੇ ਹੋਏ ਖਰਚੇ ਜਿਹੜੇ ਨੇ ਉਹ ਫਿਰ ਤੁਹਾਡੇ ਵਾਪਸ ਘਟਦੇ ਤਾਂ ਨਹੀਂ। ਮੈਂ ਨਹੀਂ ਦੇਖਿਆ ਅੱਜ ਤੱਕ ਕਿ ਜਿਹੜੇ ਖਰਚੇ ਅਸੀਂ ਵਧਾ ਲਏ ਘਟੇ। ਬਿਲਕੁਲ, ਖਾਸ ਕਰ ਬੱਚਿਆਂ ਦਾ ਜਦੋਂ ਮਸਲਾ ਆਉਂਦਾ, ਜਦੋਂ ਅਸੀਂ ਬੱਚਿਆਂ ਨੂੰ ਇੱਕ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਬਹੁਤ ਕੀਮਤੀ ਤੋਹਫਾ ਦਿੱਤਾ, ਉਹਨਾਂ ਦੀ ਉਮੀਦ ਵੱਧ ਜਾਂਦੀ ਆ, ਹੈਨਾ, ਕਿ ਅਗਲੇ ਸਾਲ ਸ਼ਾਇਦ ਇਹ ਤੋਂ ਵੀ ਬਿਹਤਰ ਮਿਲੂਗਾ ਜਾਂ ਇਹ ਤੋਂ ਵੀ ਵੱਡਾ ਮਿਲੂਗਾ। ਔਰ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਵੀ ਇਦਾਂ ਹੀ ਹੁੰਦਾ, ਚਾਚਿਆਂ, ਮਾਮਿਆਂ, ਤਾਇਆਂ ਦੇ ਵਿੱਚ ਵੀ। ਮੈਂ ਛੋਟੀ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਵੀ ਮੇਰੇ ਦਾਦਾ ਜੀ, ਕਿਉਂਕਿ ਜਦੋਂ ਅਸੀਂ ਸਕੂਲ ਪੜ੍ਹਦੇ ਸੀਗੇ ਸਾਰੀ ਕਲਾਸ ਦੇ ਵਿੱਚ ਟੌਫੀਆਂ ਵੰਡਿਆ ਕਰਦੇ ਸੀ, ਜਾਂ ਫਿਰ ਬਾਕੀ ਕਲਾਸਾਂ ਦੇ ਵਿੱਚ ਟੀਚਰਸ ਨੂੰ ਜਾ ਕੇ ਟੌਫੀਆਂ ਦੇ ਆਉਣੀਆਂ। ਜਦੋਂ ਅਸੀਂ 9ਵੀਂ 10ਵੀਂ 'ਚ ਹੋਏ ਤੇ ਉਦੋਂ ਇੰਨਾ ਕੁ ਹੋ ਗਿਆ ਕਿ ਸਾਡੇ ਸਰਕਲ ਦੇ ਵਿੱਚ ਥੋੜੇ ਜਿਹੇ ਪੈਸੇ ਲੈ ਆਉਣੇ, ਉਦੋਂ 40-50 ਰੁਪਏ ਬਹੁਤ ਹੁੰਦੇ ਸੀ, ਤੇ ਉਹਨਾਂ ਦੇ ਜਿਹੜਾ ਤੁਹਾਡੇ ਖਾਸ ਫਰੈਂਡਸ ਨੇ ਉਹਨਾਂ ਨੂੰ ਸਮੋਸੇ ਖਵਾ ਦੇਣੇ ਜਾਂ ਕੁਛ, ਹੈ ਨਾ। ਤੇ ਮੈਂ ਜਿਸ ਦਿਨ ਮੇਰਾ ਜਨਮ ਦਿਨ ਸੀ, ਮੈਂ ਆਪਣੇ ਦਾਦਾ ਜੀ ਨੂੰ, ਅਸੀਂ ਪਾਪਾ ਜੀ ਕਹਿੰਦੇ ਹੁੰਦੇ ਸੀ ਕਿ ਪਾਪਾ ਜੀ ਮੈਨੂੰ 50 ਰੁਪਏ ਚਾਹੀਦੇ ਨੇ। ਤੇ ਕਹਿੰਦੇ ਕੀ ਕਰਨੇ? ਮੈਂ ਕਿਹਾ ਵੀ ਮੇਰਾ ਜਨਮ ਦਿਨ ਆ, ਵੀ ਮੈਂ ਆਪਣੀਆਂ ਸਹੇਲੀਆਂ ਨੂੰ ਪਾਰਟੀ ਦੇਣੀ ਹੈ। ਤੇ ਉਹ ਜਿਵੇਂ ਬਜ਼ੁਰਗ ਬੋਲਦੇ ਹੁੰਦੇ ਨੇ ਥੋੜਾ ਦਬਕਾ ਕੇ, ਕਹਿੰਦੇ ਵੀ ਅਸੀਂ ਤੇ ਇੱਕੋ ਵਾਰੀ ਜੰਮੇ ਸੀ, 21 ਸਾਲ ਹੀ, ਤੇ ਤੁਸੀਂ ਹਰ ਸਾਲ ਜੰਮਦੇ ਹੋ। ਸੋ ਇਹ ਗੱਲਾਂ ਬੇਸ਼ੱਕ ਹਾਸੇ ਵਾਲੀ ਸੀ, ਉਸ ਟਾਈਮ ਤੇ ਮੈਨੂੰ ਬੜਾ ਦੁੱਖ ਲੱਗਿਆ ਸੀ, ਤੇ ਮੇਰਾ ਮਨ ਵੀ ਭਰਿਆ ਕਿ ਬਈ ਮੈਨੂੰ ਇੰਜ ਕਿਉਂ ਕਿਹਾ। ਹਾਲਾਂਕਿ ਉਹਨਾਂ ਨੇ 50 ਰੁਪਏ ਦਿੱਤੇ ਵੀ, ਤੇ ਇੰਜ ਨਹੀਂ ਕਦੇ ਹੋਇਆ ਕਿ ਵੀ ਆਪਾਂ ਇੰਨਾ ਕੁ, ਉਦੋਂ ਇੰਜ ਹੁੰਦਾ ਸੀ ਕਿ ਜਿੱਦ ਕਰਕੇ ਲੈ ਲੈਣੇ ਸੀ। ਜੇ ਹੋਰ ਨਹੀਂ ਕੁਛ ਤੇ ਮੇਰੇ ਵੀਰ ਜੀ ਮੇਰੇ ਤੋਂ ਸੀਨੀਅਰ ਹੁੰਦੇ ਸੀ, ਤੇ ਜਦੋਂ ਉਹਨਾਂ ਨੇ ਆਪਣੇ ਦੋਸਤਾਂ ਦੇ ਨਾਲ ਖੜੇ ਹੋਣਾ,
ਜੇ ਕਦੇ ਕੋਈ ਗੱਲ ਪੈਸੇ ਚਾਹੀਦੇ ਤੇ ਮੈਂ ਫਿਰ ਜਾ ਕੇ ਉਦੋਂ ਕਹਿਣਾ ਜਦੋਂ ਆਪਣੇ ਫਰੈਂਡਸ ਦੇ ਨਾਲ ਖੜੇ ਹੋਣੇ ਕਿ ਵੀਰ ਜੀ ਮੈਨੂੰ ਇੰਨੇ ਪੈਸੇ ਚਾਹੀਦੇ ਆ, ਤਾਂ ਕਿ ਉਹ ਮੈਨੂੰ ਮਨਾ ਨਾ ਕਰਨ। ਮੇਰੇ ਖਿਆਲ ਉਹ ਇੱਕ ਬਚਪਨਾ ਸੀ ਉਸ ਵੇਲੇ ਨਾ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸਾਨੂੰ ਲੱਗਦਾ ਕਿ ਸਾਡੀ ਜ਼ਰੂਰਤ ਬਣ ਗਈ, ਅਸਲ ਦੇ ਵਿੱਚ ਸਾਡੀ ਇੰਨੀ ਕੋਈ ਜ਼ਰੂਰਤ ਹੈ ਨਹੀਂ। ਖੁਸ਼ੀ ਪਰਿਵਾਰ ਦੇ ਨਾਲ ਜਿਹੜੇ ਅਸੀਂ ਪਲ ਸਾਂਝੇ ਕਰ ਲਏ, ਟਾਈਮ ਬਿਤਾ ਲਿਆ, ਉਹੀ ਹੁੰਦਾ। ਬਿਲਕੁਲ, ਅਸੀਂ ਦਿਖਾਵੇ ਦੇ ਚੱਕਰ 'ਚ ਨਾ ਅਸੀਂ ਮੈਨੂੰ ਲੱਗਦਾ ਬੱਚਿਆਂ ਨੂੰ ਵੀ ਵਿਗਾੜ ਰਹੇ ਹਾਂ ਇੱਕ ਤਰੀਕੇ ਦੇ ਨਾਲ। ਮੈਂ ਸਾਡੇ ਘਰ ਦੀ ਗੱਲ ਦੱਸਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਉੱਦਾਂ ਭਾਵੇਂ ਹਰ ਚੀਜ਼ ਹੈਗੀ ਆ, ਹਰ ਸਹੂਲਤ ਹੈਗੀ ਆ, ਪਰ ਅਸੀਂ ਇਹ ਚੀਜ਼ ਰੱਖੀ ਹੋਈ ਹੈ ਕਿ ਅਸੀਂ ਜਨਮ ਦਿਨ ਤੇ ਜਾਂ ਕਿਸੇ ਖਾਸ ਦਿਨ ਦੇ ਉੱਤੇ ਉਹਨਾਂ ਨੂੰ ਕੋਈ ਵੱਡਾ ਤੋਹਫਾ ਨਹੀਂ ਦਿੰਦੇ ਹੈਗੇ, ਕਿਉਂਕਿ ਨਹੀਂ ਤਾਂ ਇਹ ਬੱਚੇ ਦੇ ਦਿਮਾਗ ਦੇ ਵਿੱਚ ਬਹਿ ਜਾਂਦਾ ਆ। ਥੋੜੇ ਦਿਨ ਪਹਿਲਾਂ ਹੀ ਮੇਰੇ ਭਤੀਜੇ ਦਾ ਜਨਮ ਦਿਨ ਜਿਹੜਾ ਆ ਨਾ ਉਹ ਨਿਕਲ ਕੇ ਗਿਆ ਆ, ਤੇ ਉਹ ਸਾਨੂੰ ਪੁੱਛੇ, ਕਹਿੰਦਾ ਭੂਆ ਜੀ ਤੁਸੀਂ ਸਾਨੂੰ ਕੀ ਗਿਫਟ ਦੇਣਾ ਆ ਮੇਰੇ ਬਰਥਡੇ ਤੇ, ਹਨਾ ਤੁਸੀਂ ਸਾਰਿਆਂ ਨੇ। ਤੇ ਫਿਰ ਮੈਂ ਉਹਨੂੰ ਕਿਹਾ ਬੇਟਾ ਐਡੀ ਜਿਹੜੀ ਪਾਰਟੀ ਕਰ ਰਹੇ ਆ, ਇੰਨਾ ਕੁਝ ਤੁਹਾਨੂੰ ਖਿਲਾ ਪਿਲਾ ਰਹੇ ਆ, ਤੇਰੇ ਦੋਸਤਾਂ ਨੇ ਆਉਣਾ ਆ, ਹਨਾ, ਇੰਨੀਆਂ ਚੀਜ਼ਾਂ ਤੂੰ ਵਰਤਦਾ ਆ, ਆਈਪੈਡ ਤੇਰੇ ਕੋਲ ਆ, ਫੋਨ ਤੇਰੇ ਕੋਲ ਆ, ਸਾਰਾ ਕੁਝ ਤੂੰ ਯੂਜ਼ ਕਰਦਾ, ਉਹ ਤੈਨੂੰ ਕਿਹਨੇ ਲੈ ਕੇ ਦਿੱਤਾ ਆ? ਉਹ ਵੀ ਅਸੀਂ ਲੈ ਕੇ ਦਿੱਤਾ ਆ ਨਾ। ਉਹ ਕੋਈ ਹੁਣ ਤੈਨੂੰ ਬਰਥਡੇ ਤੇ ਲੈ ਕੇ ਦਈਏ, ਤੇਰੇ ਤੋਂ ਲੈ ਲਈਏ ਤੇ ਤੈਨੂੰ ਫੇਰ ਫੋਟੋ ਖਿੱਚ ਕੇ ਉਹੀ ਬਰਥਡੇ ਤੇ ਫੇਰ ਫੜਾ ਦਈਏ, ਤੇ ਫਿਰ ਉਹ ਕੋਈ ਗੱਲ ਨਹੀਂ ਨਾ ਬਣਦੀ ਹੈਗੀ। ਸੋ ਸਾਰਾ ਕੁਝ ਅਸੀਂ ਪੇਰੈਂਟਸ ਹੀ ਤੈਨੂੰ ਪ੍ਰੋਵਾਈਡ ਕਰ ਰਹੇ ਆ, ਤੇ ਫਿਰ ਜਨਮ ਦਿਨ ਤਾਂ ਕੁਝ ਖਾਸ ਰਹਿ ਥੋੜੀ ਜਾਂਦਾ ਆ, ਹੈਨਾ। ਕੁਝ ਇੱਕ ਮੌਕੇ ਹੁੰਦੇ ਨੇ, ਜਿਵੇਂ ਬੱਚੇ ਦਾ ਦੇਖੋ 21ਵਾਂ ਜਨਮ ਦਿਨ ਆਇਆ, ਬੱਚੇ ਦਾ 16ਵਾਂ ਜਨਮ ਦਿਨ ਆਇਆ ਜਾਂ 21ਵਾਂ ਆਇਆ, ਤੁਸੀਂ ਖਾਸ ਜਨਮ ਦਿਨ ਮਨਾਉਂਦੇ ਹੋ, ਜਾਂ 18 ਸਾਲ ਦਾ ਬੱਚਾ ਹੋਇਆ ਨਾ, ਜਿਹੜੇ ਕਿ ਮਾਈਲਸਟੋਨ ਤੁਹਾਡੀ ਲਾਈਫ ਦੇ ਵਿੱਚ। ਸੋ ਇਹਨਾਂ ਤੇ ਸਾਰੇ ਭੈਣ ਭਰਾਵਾਂ ਨੂੰ ਅਸੀਂ ਇਕੱਠੇ ਵੀ ਕਰਦੇ, ਪਰ ਹਰ ਸਾਲ ਆਪਾਂ ਜੇ ਉਸ ਤਰੀਕੇ ਦੇ ਨਾਲ ਹੀ ਮਨਾਉਂਦੇ ਆ, ਤੇ ਮੈਨੂੰ ਲੱਗਦਾ ਕਿ ਤੁਸੀਂ ਵੀ 2-4 ਸਾਲ ਲਗਾਤਾਰ ਜੇ ਮਨਾਓਗੇ ਫਿਰ ਤੁਹਾਡੇ ਤੇ ਵੀ ਬੋਝ ਜਿਹੜਾ ਉਹ ਮਹਿਸੂਸ ਜ਼ਰੂਰ ਹੋਏਗਾ। ਬਾਕੀ ਜਿੰਨਾ ਕਿ ਸਾਨੂੰ ਆਪਣੀ ਜੇਬ ਅਲਾਉ ਕਰਦੀ ਹੈ ਉਨਾ ਕੁ ਖਰਚਾ ਕਰ ਲਈਏ ਤੇ ਸ਼ਾਇਦ ਵਾਧੂ ਦੇ ਸਟ੍ਰੈਸ ਤੋਂ ਅਸੀਂ ਬਚ ਸਕਦੇ ਹਾਂ। ਜੀ ਬਿਲਕੁਲ, ਜਿਵੇਂ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੀ ਹੈ ਲੋਕ ਦਿਖਾਵਾ, ਤੇ ਮੇਰੇ ਖਿਆਲ ਨਾਲ ਕਿ ਲੋਕ ਦਿਖਾਵੇ ਦੇ ਲਈ ਜਦੋਂ ਅਸੀਂ ਕੁਝ ਕਰਨ ਲੱਗ ਜਾਂਦੇ ਆ ਨਾ, ਉਹ ਗਲਤ ਹੈ। ਵੈਸੇ ਅਸੀਂ ਆਪਣੇ ਬੱਚਿਆਂ ਦੇ ਲਈ ਜੋ ਮਰਜ਼ੀ ਕਰੀਏ, ਭਾਵੇਂ ਉਹਨਾਂ ਦੇ ਦੋਸਤ ਆਉਣ, ਵੱਡੇ ਪੱਧਰ ਤੇ ਜਨਮ ਦਿਨ ਕਰ ਸਕਦੇ ਆ ਉਹ ਕਰੀਏ, ਨਹੀਂ ਕਰ ਸਕਦੇ ਨਾ ਕਰੀਏ। ਸੋ ਉਹਦੇ ਵਿੱਚ ਕੋਈ ਗਲਤ ਨਹੀਂ ਹੈ, ਨਾ ਹੀ ਕੁਝ ਸਹੀ ਹੈ ਕਿ ਅਸੀਂ ਜਿੱਦਾਂ ਕਰਨਾ ਉਦਾਂ ਕਰ ਸਕਦੇ ਹਾਂ। ਪਰ ਗੱਲ ਸਿਰਫ ਉੱਥੇ ਆ ਕੇ ਗਲਤ ਹੋ ਜਾਂਦੀ ਹੈ ਜਦੋਂ ਅਸੀਂ ਲੋਕ ਦਿਖਾਵੇ ਦੇ ਲਈ ਕੋਈ ਚੀਜ਼ ਕਰਨ ਲੱਗ ਜਾਂਦੇ ਹਾਂ। ਮੇਰੇ ਖਿਆਲ ਅਸੀਂ ਗਲਤ ਨਹੀਂ ਕਹਿ ਸਕਦੇ। ਜੇ ਕਿਸੇ ਨੂੰ ਲੱਗਦਾ ਹੈ ਕਿ ਸਹੀ ਹੈ ਤੇ ਡੈਫੀਨਿਟਲੀ ਉਹਨਾਂ ਦਾ ਹੱਕ ਬਣਦਾ ਕਰਨਾ ਚਾਹੀਦਾ, ਪਰ ਕਿਤੇ ਨਾ ਕਿਤੇ ਇਹਦੇ ਨਾਲ ਫालतू ਦੀ ਸਟ੍ਰੈਸ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਉਂਦੀ ਹੈ। ਜੇ ਤੁਸੀਂ ਅੱਜ ਨਹੀਂ ਮਹਿਸੂਸ ਕਰ ਰਹੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਤੱਕ ਜਾਂ ਕੁਝ ਮਹੀਨਿਆਂ ਤੱਕ ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਰਿਅਲਾਈਜ਼ ਹੋਏਗੀ ਚੀਜ਼, ਪਰ ਉਦੋਂ ਤੱਕ ਸ਼ਾਇਦ ਸਾਡੇ ਬੱਚਿਆਂ ਦੀਆਂ ਜਾਂ ਜਿਹੜਾ ਸਾਡਾ ਸਰਕਲ ਦੇ ਵਿੱਚ ਸਾਡੇ ਰਿਸ਼ਤੇਦਾਰ ਨੇ, ਭੈਣ ਭਰਾ ਨੇ, ਉਹਨਾਂ ਦੀਆਂ ਉਮੀਦਾਂ ਸਾਡੇ ਤੋਂ ਕਾਫੀ ਵੱਧ ਜਾਂਦੀਆਂ ਨੇ। ਆਪਾਂ ਨਾ ਹੁਣੀ ਫੇਸਬੁੱਕ ਲਾਈਵ ਦੀ ਗੱਲ ਕਰਕੇ ਹਟੇ ਆ ਨਾ, ਮੇਰੇ ਨਾ ਦਿਮਾਗ 'ਚ ਹੋਰ ਚੀਜ਼ ਆ ਗਈ ਇੱਕ। ਹੋ ਸਕਦਾ ਸਾਡੀ ਵੀਡੀਓ ਅੱਜ ਦੀ ਲੰਬੀ ਹੋ ਜਾਵੇ, ਪਰ ਸਾਡੇ ਕੋਲ ਗੱਲਾਂ ਬਹੁਤ ਨੇ ਕਰਨ ਵਾਲੀਆਂ, ਹੈਨਾ। ਇਹ ਨਹੀਂ ਹੈ ਕਿ ਅਸੀਂ ਕਿਸੇ ਹੋਰ ਬਾਰੇ ਗੱਲਾਂ ਕਰ ਰਹੇ, ਸਾਡੀਆਂ ਆਪਣੀਆਂ ਹੀ ਗੱਲਾਂ ਨੇ, ਹੈਨਾ। ਜੀ ਬਿਲਕੁਲ, ਤਾਂ ਆਪਣੀਆਂ ਉਦਾਹਰਨਾਂ ਸਾਰੇ, ਕਿਉਂਕਿ ਅਸੀਂ ਵੀ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ, ਕਿਤੇ ਨਾ ਕਿਤੇ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਹਾਂ ਆਹ ਚੀਜ਼ ਇੰਜ ਚੱਲ ਰਹੀ ਹੈ, ਸਾਰੇ ਇੰਜ ਕਰ ਰਹੇ ਨੇ, ਤੇ ਸਾਨੂੰ ਵੀ ਕਰਨਾ ਚਾਹੀਦਾ ਨਾ। ਗੱਲ ਸਿਰਫ ਇਹ ਕਿ ਜਦੋਂ ਅਸੀਂ ਸੋਚਣਾ ਸ਼ੁਰੂ ਕਰ ਦਈਏ ਨਾ। ਮੈਂ ਗੱਲ ਕਰਦੀ ਸੀ ਲਾਈਵ ਦੀ ਜਾਂ ਫੋਟੋਆਂ ਖਿੱਚਣ ਦੀ ਜਾਂ, ਹਨਾ। ਮੈਨੂੰ ਲੱਗਦਾ ਹੈ ਕਿ ਜਿਹੜਾ ਹੌਲੀਡੇਜ਼ ਦਾ ਕੰਮ ਹੈ ਨਾ, ਕਿ ਡੈਸਟੀਨੇਸ਼ਨ ਹੌਲੀਡੇਜ਼ ਜਾਂ ਕਿਤੇ ਖਾਸ ਜਗ੍ਹਾ ਤੇ ਘੁੰਮਣ ਜਾਣਾ ਨਾ, ਉਹ ਅੱਜ ਕੱਲ ਜਦੋਂ ਆਪਾਂ ਜਾਣ ਦੀ ਸੋਚਦੇ ਆ ਨਾ, ਉਦੋਂ ਮੈਨੂੰ ਲੱਗਦਾ ਸਾਡੇ ਦਿਮਾਗ 'ਚ ਆ ਜਾਂਦਾ, ਯਾਰ ਫਲਾਣਾ ਕਿੱਥੇ ਗਿਆ ਸੀ ਪਿਛਲੇ ਸਾਲ, ਅਸੀਂ ਵੀ ਉੱਥੇ ਹੀ ਚੱਲਦੇ ਆ ਨਾ। ਸੋ ਅਸੀਂ ਕਿਤੇ ਜਾ ਕੇ ਫੋਟੋਜ਼ ਤੇ ਵੀਡੀਓਜ਼ ਖਿੱਚ ਕੇ ਬਣਾ ਕੇ ਨਾ ਐਸਾ ਉਹਨੂੰ ਸ਼ੇਅਰ ਕਰਦੇ ਆ ਕਿ ਇਸ ਕਰਕੇ ਨਹੀਂ ਕਿ ਅਸੀਂ ਉਸ ਚੀਜ਼ ਨੂੰ ਦੇਖਣ ਗਏ ਆ, ਇਸ ਕਰਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਉਸ ਜਗ੍ਹਾ ਤੇ ਗਏ ਆ, ਹੈਨਾ। ਮੈਂ ਕਈ ਵਾਰ ਸੋਚਦੀ ਹੁੰਦੀ ਆ ਕਿ ਜਦੋਂ ਅਸੀਂ ਕਿਸੇ ਖੂਬਸੂਰਤ ਜਗ੍ਹਾ ਤੇ ਜਾਂਦੇ ਆ, ਹਾਂ ਠੀਕ ਹੈ, ਉਹਨੂੰ ਕੈਮਰੇ 'ਚ ਕੈਦ ਕਰਨਾ ਕਈ ਵਾਰੀ ਸਾਨੂੰ ਮਨ ਕਰਦਾ ਹੈ ਕਿ ਇਹ ਸੀਨ ਸ਼ਾਇਦ ਦੁਬਾਰਾ ਸਾਨੂੰ ਦੇਖਣ ਨੂੰ ਨਾ ਮਿਲੇ, ਪਰ ਜੇ ਅਸੀਂ ਥੋੜੇ ਸਮੇਂ ਦੇ ਲਈ ਕਿਸੇ ਜਗ੍ਹਾ ਤੇ ਗਏ ਆ ਤੇ ਅਸੀਂ ਫੋਟੋਆਂ ਖਿੱਚਣ 'ਚ ਸਮਾਂ ਗੁਜ਼ਾਰਤਾ ਤੇ ਕੁਦਰਤੀ ਉਹ ਖੂਬਸੂਰਤੀ ਆਪਣੇ ਮਨ 'ਚ ਵਸਾਈ ਨਹੀਂ, ਸਾਡੀਆਂ ਅੱਖਾਂ ਹੀ ਨਹੀਂ ਰੱਜੀਆਂ, ਸਾਡਾ ਮਨ ਸ਼ਾਂਤ ਹੀ ਨਹੀਂ ਹੋਇਆ, ਉਹਦਾ ਫਿਰ ਉਹ ਘੁੰਮਣ ਫਿਰਨ ਜਾਣਾ ਮੇਰਾ ਖਿਆਲ ਹੈ ਕਿ ਉਹ ਇੱਕ ਲੋਕ ਦਿਖਾਵੇ ਲਈ ਹੀ ਰਹਿ ਗਿਆ। ਬਿਲਕੁਲ, ਕਿ ਸਾਨੂੰ ਨਿੱਜੀ ਤੌਰ ਤੇ ਅਸੀਂ ਉਹਦੇ 'ਚੋਂ ਕੁਝ ਖੱਟਿਆ ਨਹੀਂ, ਵੀ ਅਸੀਂ ਪੈਸੇ ਲਾਏ, ਪੈਟਰੋਲ ਫੂਕ ਕੇ ਤੁਸੀਂ ਉਸ ਜਗ੍ਹਾ ਤੇ ਪਹੁੰਚੇ ਹੋ, ਫੋਟੋਆਂ ਖਿੱਚੀਆਂ। ਤੇ ਜਸਪ੍ਰੀਤ, ਬੜੇ ਲੋਕ ਇਦਾਂ ਵੀ ਕਰਦੇ ਨੇ ਅੱਜ ਕੱਲ ਕਿ ਜੇ ਛੁੱਟੀਆਂ ਨੇ ਤੇ ਕਈ ਵਾਰ ਜੇ ਟਾਈਮ ਘੱਟ ਹੈ ਤੇ ਉਹਨਾਂ ਨੇ ਬਸ ਜਾਣਾ, ਇੱਕ ਡੈਸਟੀਨੇਸ਼ਨ ਤੇ ਪਹੁੰਚੇ, ਫੋਟੋ ਖਿੱਚੀ, ਚਲੋ ਅੱਗੇ ਕਿ ਆਹ ਹੋ ਗਿਆ ਕਿ ਸਾਡੇ ਆਹ ਟਿਕ ਕਰਤੀ ਅਸੀਂ ਲਿਸਟ ਕਿ ਇਸ ਜਗ੍ਹਾ ਤੁਸੀਂ ਹੋ ਆਏ। ਮਤਲਬ ਮੇਰਾ ਨਿੱਜੀ ਇਹ ਵਿਚਾਰ ਹੈ ਕਿ ਜੇ ਤੁਸੀਂ ਕਿਸੇ ਜਗ੍ਹਾ ਤੇ ਗਏ ਹੋ, ਉਸ ਜਗ੍ਹਾ ਨੂੰ ਮਾਨਣਾ,
ਖਾਸ ਕਰਕੇ ਨਿਊਜ਼ੀਲੈਂਡ 'ਚ ਜੇ ਅਸੀਂ ਦੇਖਦੇ ਹਾਂ ਕੁਦਰਤ ਦੀ ਖੂਬਸੂਰਤੀ ਕਿੰਨੀ ਬਹੁਤ ਹੈ, ਜ਼ਿਆਦਾ ਜੀ। ਜੇ ਅਸੀਂ ਉਹ ਖੂਬਸੂਰਤੀ ਨੂੰ ਛੱਡ ਕੇ ਸਿਰਫ ਕੈਮਰੇ ਦੀ ਅੱਖ 'ਚ ਹੀ ਵੇਖਦੇ ਰਹੇ ਹਾਂ ਤਾਂ ਮੇਰਾ ਖਿਆਲ ਅਸੀਂ ਬਹੁਤ ਕੁਝ ਗਵਾ ਲੈਂਦੇ ਆ। ਉਹ ਜਿਹੜਾ ਸਮਾਂ ਗਵਾਚ ਗਿਆ ਨਾ, ਦੁਬਾਰਾ ਪਤਾ ਨਹੀਂ ਅਸੀਂ ਉਸ ਜਗ੍ਹਾ ਤੇ ਜਾਣਾ ਕਿ ਨਹੀਂ। ਅਸੀਂ ਲੋਕਾਂ ਨੂੰ ਕੈਦ ਕਰਕੇ ਉਹ ਫੋਟੋਆਂ ਦਿਖਾ ਦਿੱਤੀਆਂ ਨੇ, ਪਰ ਜੋ ਸਾਡੇ ਕੋਲ ਓਪਰਚੁਨਿਟੀ ਸੀ ਲਾਈਵ ਉਸ ਚੀਜ਼ ਨੂੰ ਮਾਣਨ ਦੀ, ਉਸ ਸਮੇਂ ਨੂੰ ਆਪਣੀਆਂ ਅੱਖਾਂ 'ਚ ਕੈਦ ਕਰਨ ਦੀ, ਉਹ ਕਿਤੇ ਨਾ ਕਿਤੇ ਗਵਾਚ ਜਾਂਦੀ ਹੈ। ਬਿਲਕੁਲ ਸਹੀ ਗੱਲ ਆ। ਇਹਦੇ ਵਿੱਚੋਂ ਮੈਂ ਵੀ ਕਿਤੇ ਬਾਹਰ ਹੀ ਨਹੀਂ ਹੈਗੀ, ਮੈਨੂੰ ਵੀ ਬੜਾ ਸ਼ੌਂਕ ਹੈ ਕਿ ਜਦੋਂ ਕਿਤੇ ਜਾਣਾ ਨਾ ਤੇ ਸਭ ਤੋਂ ਪਹਿਲਾਂ ਫੋਟੋ ਖਿੱਚ ਲਓ ਜਾਂ ਵੀਡੀਓ ਬਣਾ ਲਓ। ਸਗੋਂ ਮੇਰੀਆਂ ਬੇਟੀਆਂ ਕਈ ਵਾਰੀ ਦੁਖੀ ਹੋ ਜਾਂਦੀਆਂ ਕਿ ਮੰਮੀ ਬਸ ਕਰੋ, ਬਹੁਤ ਫੋਟੋਆਂ ਹੋ ਗਈਆਂ ਨਾ। ਪਰ ਹਾਂ, ਅਸੀਂ ਵੀ ਉਹਨਾਂ ਵਿੱਚੋਂ ਹੀ ਆ, ਤੁਹਾਡੇ ਵਿੱਚੋਂ ਹੀ ਆ। ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਾ ਕੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹਰ ਜਗ੍ਹਾ ਦੀ ਫੋਟੋ ਖਿੱਚ ਲਈਏ। ਪਰ ਮੇਰੇ ਖਿਆਲ ਨਾਲ ਫੋਟੋ ਖਿੱਚਣੀਆਂ ਜਾਂ ਯਾਦਾਂ ਨੂੰ ਆਪਣੇ ਕੋਲ ਸਾਂਭ ਕੇ ਰੱਖਣਾ ਇੱਕ ਵੱਖਰੀ ਗੱਲ ਹੈ, ਪਰ ਇਸ ਕਰਕੇ ਫੋਟੋਆਂ ਖਿੱਚਣੀਆਂ ਜਾਂ ਵੀਡੀਓਜ਼ ਸ਼ੇਅਰ ਕਰਨੀਆਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਇੱਥੇ ਗਏ ਹੋਏ ਹਾਂ, ਤੇ ਉਹ ਥੋੜਾ ਜਿਹਾ ਅਲੱਗ ਹੋ ਜਾਂਦਾ ਹੈ ਕਿ ਉਹ ਦਿਖਾਵੇ ਦੇ ਵਿੱਚ ਜ਼ਿਆਦਾ ਆ ਜਾਂਦਾ ਹੈ, ਹਨਾ। ਦੇਖੋ ਕਿਤੇ ਕਿਤੇ ਇਹ ਚੀਜ਼ ਜਿਹੜੀ ਹੈ ਉਹ ਡੈਫੀਨੇਟਲੀ ਮੈਨੂੰ ਲੱਗਦਾ ਜ਼ਰੂਰੀ ਵੀ ਹੁੰਦੀ ਹੈ। ਜੇ ਕੋਈ ਬਹੁਤ ਇਨਫੋਰਮੇਟਿਵ ਚੀਜ਼ ਹੈ ਜਿਹੜੀ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਫੋਟੋ ਜਾਂ ਵੀਡੀਓ ਦੇ ਰਾਹੀਂ, ਆਪਾਂ ਲਾਈਵ ਹੋਣ ਦੀ ਗੱਲ ਕਰਦੇ ਸੀ ਕਿ ਜੇ ਕੋਈ ਇਵੈਂਟ ਇਦਾਂ ਦਾ ਹੋ ਰਿਹਾ ਜਿਹੜੇ ਆਪਾਂ ਨੂੰ ਲੱਗਦਾ ਹੈ ਕਿ ਇਸ ਇਨਫੋਰਮੇਸ਼ਨ ਦੇ ਨਾਲ ਜਾਂ ਇਸ ਚੀਜ਼ ਦੇ ਨਾਲ ਕਾਫੀ ਲੋਕੀ ਐਂਟਰਟੇਨ ਹੋ ਸਕਦੇ ਨੇ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਸਕਦੀ ਆ, ਉਹ ਜੇ ਤੁਸੀਂ ਸ਼ੇਅਰ ਕਰ ਰਹੇ ਹੋ ਤੇ ਮੇਰੇ ਖਿਆਲ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ। ਸੋ ਹਰ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਨੇ। ਜੇਕਰ ਅਸੀਂ ਦੇਖਦੇ ਹੁਣ ਖਾਸ ਕਰਕੇ ਕਈ ਸ਼ਖਸੀਅਤਾਂ ਜਿਹੜੀਆਂ ਮੀਡੀਆ ਦੇ ਨਾਲ ਸੰਬੰਧਿਤ ਨੇ, ਉਹ ਕਿਤੇ ਜਾਂਦੀਆਂ ਨੇ ਉਸ ਚੀਜ਼ ਨੂੰ ਲਾਈਵ ਕਰਕੇ ਜਾਂ ਰਿਕਾਰਡ ਕਰਕੇ ਜੇ ਉਸ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਕਿ ਉਹ ਇਨਫੋਰਮੇਸ਼ਨ ਅੱਗੇ ਪਹੁੰਚਦੀ ਆ, ਉਹ ਮੈਨੂੰ ਲੱਗਦਾ ਹਾਂਜੀ ਇਹ ਉੱਥੇ ਜ਼ਰੂਰਤ ਹੈ ਜੀ, ਉਹਨਾਂ ਦੀ ਜੌਬ ਇਹ ਹੈ। ਪਰ ਅਸੀਂ ਹਰ ਆਮ ਖਾਸ ਜਦੋਂ ਇਸ ਚੀਜ਼ ਨੂੰ ਇੱਕ ਆਪਣੀ ਮੈਨੂੰ ਲੱਗਦਾ ਡਿਊਟੀ ਬਣਾ ਲੈਂਦੇ ਆ ਤੇ ਉਹ ਕਿਤੇ ਨਾ ਕਿਤੇ ਸਾਨੂੰ ਵੀ ਲੱਗਣ ਲੱਗ ਜਾਂਦਾ ਕਿ ਨਹੀਂ, ਜੇਕਰ ਮੈਂ ਇੰਨੀਆਂ ਫੋਟੋਆਂ ਜਾਂ ਇੰਨੀਆਂ ਵੀਡੀਓਜ਼ ਨਹੀਂ ਪਾਈਆਂ ਜਾਂ ਮੈਂ ਫਲਾਣੇ ਕਨਸਰਟ ਤੇ ਗਿਆ ਜਾਂ ਕਿਤੇ ਗਿਆ, ਮੈਂ ਲਾਈਵ ਨਹੀਂ ਹੋਇਆ ਤੇ ਸ਼ਾਇਦ ਮੇਰੇ ਮਤਲਬ ਮੈਂ ਕੁਝ ਖੱਟਿਆ ਹੀ ਨਹੀਂ, ਵੀ ਮੇਰੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਜੇ ਮੈਂ ਸਟੋਰੀ ਨਹੀਂ ਪਾਈ ਇਸ ਜਗ੍ਹਾ ਦੀ, ਜਾਂ ਮਤਲਬ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਂ ਗਿਆ ਹੀ ਨਹੀਂ ਸੀ ਜੀ, ਹੈਨਾ, ਕਿ ਮੈਂ ਉੱਥੇ ਪਹੁੰਚਿਆ ਹੀ ਨਹੀਂ ਜਾਂ ਮੈਂ ਫਲਾਣੀ ਜਗ੍ਹਾ ਤੇ ਨਹੀਂ ਗਿਆ ਅੱਜ ਤੱਕ, ਤੇ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਜੇ ਮੈਂ ਨਹੀਂ ਪਾਉਂਗਾ ਤਾਂ, ਹਨਾ। ਔਰ ਕਈ ਵਾਰ ਕਈ ਕਨਸਰਟ ਜਿਹੜੇ ਹੁੰਦੇ ਨੇ ਅਸੀਂ ਉਹਦੀਆਂ ਟਿਕਟਾਂ ਦੀ ਵੀ ਫੋਟੋ ਖਿੱਚ ਕੇ ਪਾ ਦਿੰਦੇ ਆ ਬਈ ਹਾਂ ਬਈ ਅਸੀਂ ਵੀ ਮੈਂ ਦੱਸ ਦਵਾਂ ਸਾਰਿਆਂ ਨੂੰ ਇਸ ਫੰਕਸ਼ਨ ਤੇ ਵੀ ਜਾ ਰਿਹਾ। ਉਹ ਠੀਕ ਹੈ ਕਿਸੇ ਹੱਦ ਤੱਕ, ਜੇ ਤੁਹਾਨੂੰ ਤੁਹਾਡਾ ਮਨ ਕਰ ਰਿਹਾ ਸ਼ੇਅਰ ਕਰਨ ਨੂੰ ਕੋਈ ਹਰਜ ਨਹੀਂ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਜਿਹੜਾ ਕੀਮਤੀ ਸਮਾਂ ਜਿਹੜਾ ਅਸੀਂ ਉਹੀ ਪਲ ਆਪਣੀ ਫੈਮਿਲੀ ਦੇ ਨਾਲ ਬਿਤਾ ਸਕਦੇ ਆ, ਉਹ ਸ਼ਾਇਦ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਖਰਾਬ ਕਰ ਦਿੰਦੇ ਆ। ਬੜੀ ਸੋਹਣੀ ਲੋਕੇਸ਼ਨ ਤੇ ਜਾ ਕੇ ਜੇ ਮੈਂ ਇਕੱਲੀਆਂ ਫੋਟੋਆਂ ਹੀ ਖਿੱਚ ਗਈ ਤੇ ਮੇਰੇ ਪਰਿਵਾਰਕ ਮੈਂਬਰ ਜਿਹੜੇ ਮੇਰੇ ਨਾਲ ਨੇ ਉਹਨਾਂ ਦੇ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਜਾਂ ਸਾਂਝਾ ਹੀ ਨਹੀਂ ਕੀਤਾ ਉਹ ਸਮਾਂ, ਉਹ ਸਥਾਨ ਮੈਂ ਆਪਣੇ ਪਰਿਵਾਰ ਦੇ ਨਾਲ ਜੇ ਸਾਂਝਾ ਹੀ ਨਹੀਂ ਕਰ ਸਕੀ ਤੇ ਮੇਰੇ ਖਿਆਲ ਕਿ ਮੈਂ ਕੁਝ ਖੱਟ ਕੇ ਨਹੀਂ ਲਿਆ ਜੀ। ਬਿਲਕੁਲ ਸਹੀ ਗੱਲ ਆ। ਸੋ ਮੇਰੇ ਖਿਆਲ ਨਾਲ ਅੱਜ ਦਾ ਆਪਾਂ ਜਿਹੜੀ ਗੱਲਬਾਤ ਆ ਇੱਥੇ ਆਪਾਂ ਰੋਕ ਲੈਂਦੇ ਆ, ਕਿਉਂਕਿ ਇਹ ਤਾਂ ਐਸਾ ਵਿਸ਼ਾ ਆ ਕਿ ਜਿਹੜਾ ਆਪਾਂ ਹੋਰ ਜਿੰਨੀਆਂ ਮਰਜ਼ੀ ਗੱਲਾਂ ਇਹਦੇ ਵਿੱਚ ਐਡ ਕਰਦੇ ਜਾਈਏ ਨਾ, ਲੰਬਾ ਹੋ ਗਿਆ ਸਾਡਾ ਟੌਪਿਕ। ਅਸੀਂ ਗੱਲ ਆਪਾਂ ਬ੍ਰਾਂਡਸ ਦੀ ਵੀ ਕਰਦੇ ਸੀ ਕਿ ਸਾਡੀਆਂ ਜ਼ਰੂਰਤਾਂ ਤਾਂ ਪੂਰੀਆਂ ਆਮ ਕੱਪੜਿਆਂ 'ਚੋਂ ਵੀ ਹੁੰਦੀਆਂ ਨੇ, ਪਰ ਫਿਰ ਵੀ ਅਸੀਂ ਬ੍ਰਾਂਡਡ ਕੱਪੜੇ ਲੈਣੇ ਨੇ, ਬ੍ਰਾਂਡਡ ਜੁੱਤੀ ਹੋਵੇ, ਬ੍ਰਾਂਡਡ ਪਰਸ ਹੋਵੇ। ਇੱਕ ਟ੍ਰੈਂਡ ਹੋ ਗਿਆ ਇੱਕ ਤਰ੍ਹਾਂ ਦੇ ਨਾਲ, ਅਸੀਂ ਇਸ ਟ੍ਰੈਂਡ ਨੂੰ ਇੱਕ ਲਗਜ਼ਰੀ ਦੇ ਨਾਲੋਂ ਹਟਾ ਕੇ ਅਸੀਂ ਆਪਣੀ ਜ਼ਰੂਰਤ ਬਣਾ ਰਹੇ ਹਾਂ ਤੇ ਜ਼ਰੂਰਤ ਬਣਾ ਰਹੇ ਹਾਂ ਤੇ ਸਾਡੇ ਬੱਚਿਆਂ ਨੂੰ ਅੱਗੋਂ ਆਉਣ ਵਾਲੀ ਪੀੜ੍ਹੀ ਨੂੰ ਇਹ ਲੱਗਦਾ ਹੈ ਕਿ ਇਸ ਤੋਂ ਬਿਨਾਂ ਅਸੀਂ ਬਚਦੇ ਹੀ ਨਹੀਂ। ਸੋ ਜੇ ਇਹ ਕਿਉਂਕਿ ਬ੍ਰਾਂਡ ਐਸੀ ਚੀਜ਼ ਆ ਮੇਰੇ ਖਿਆਲ ਨਾਲ, ਅੱਗੇ ਪਹਿਲਾਂ ਆਪਾਂ ਜੇ ਮੈਂ ਜੁੱਤੀਆਂ ਦੀਆਂ ਪਰਸਾਂ ਦੀ ਗੱਲ ਕਰਾਂ ਨਾ ਜਾਂ ਕੱਪੜਿਆਂ ਦੀ ਵੀ ਗੱਲ ਕਰਾਂ, ਆਪਾਂ ਨਾਰਮਲ ਕੱਪੜੇ ਪਾ ਕੇ ਵੀ ਚੰਗੇ ਭਲੇ ਰਹਿੰਦੇ ਹੁੰਦੇ ਸੀ, ਪਰ ਅੱਜ ਕੱਲ ਉਹ ਚੱਲ ਪਈ ਹੈ ਚੀਜ਼ ਟ੍ਰੈਂਡਿੰਗ। ਕਿ ਮੇਰੀ ਇੱਕ ਦੋਸਤ ਆ, ਉਹਨੇ ਮੈਨੂੰ ਦੱਸਿਆ, ਕਹਿੰਦੀ ਕਿ ਔਰਤ ਦੀ ਜਿਹੜੀ ਟੌਰ ਆ ਉਹ ਪਤਾ ਕਿੱਥੋਂ ਬਣਦੀ ਆ? ਮੈਂ ਕਿਹਾ ਦੱਸ। ਕਹਿੰਦੀ ਇੱਕ ਉਹਦੇ ਕੋਲ ਪਰਸ ਵਧੀਆ ਹੋਵੇ, ਇੱਕ ਉਹਦੇ ਕੋਲ ਐਨਕ ਵਧੀਆ ਹੋਵੇ ਤੇ ਇੱਕ ਉਹਨੇ ਜੁੱਤੀ ਬੜੀ ਵਧੀਆ ਪਾਈ ਹੋਵੇ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਡੈਫੀਨੇਟਲੀ ਸ਼ਕੀਨੀ ਲਾਉਣੀ ਔਰਤਾਂ ਦੀ ਹਿੱਸੇ ਆਈ ਹੈ ਸ਼ੁਰੂ ਤੋਂ। ਖੈਰ ਮੁੰਡੇ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ, ਪੂਰੀ ਸ਼ਕੀਨੀ ਲਾਉਂਦੇ ਨੇ। ਬ੍ਰਾਂਡਸ ਮੇਰੇ ਖਿਆਲ ਹੈ ਕਿ ਜਿਹੜੀ ਕੁਆਲਿਟੀ ਦੀ ਚੀਜ਼ ਹੁੰਦੀ ਹੈ ਹੰਡਾਉਣ ਦੇ ਵਿੱਚ ਜ਼ਿਆਦਾ ਚਿਰ ਹਟਦੇ। ਤੁਹਾਨੂੰ ਯਾਦ ਹੋਣਾ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਬਾਟਾ ਦੇ ਸ਼ੂਜ਼ ਲੈ ਦਿੰਦੇ ਸੀ ਘਰ ਦੇ, ਉਹ ਨਾ ਤਾਂ ਕਿੰਨੇ ਸਾਲ ਚੱਲਦੇ ਸੀ, ਨਾ ਉਹ ਤੁਹਾਡੇ ਮੇਰੇ ਅਸੀਂ ਹਾਸੇ ਹਾਸੇ 'ਚ ਕਹਿੰਦੇ ਹੁੰਦੇ ਸੀ ਕਿ ਨਾ ਇਹ ਟੁੱਟਦੇ ਨੇ ਨਾ ਗਲੋਂ ਲੱਥਦੇ ਨੇ, ਜਿੰਨੀ ਦੇਰ ਤੁਹਾਨੂੰ ਟਾਈਟ ਨਹੀਂ ਹੋਏ ਤੁਹਾਨੂੰ ਨਵਾਂ ਜੋੜਾ ਨਹੀਂ ਮਿਲਣਾ, ਨਵਾਂ ਜੋੜਾ ਨਹੀਂ ਮਿਲਣਾ। ਮੈਨੂੰ ਲੱਗਦਾ ਕਈ ਵਾਰੀ ਤਾਂ ਏਦਾਂ ਹੁੰਦਾ ਸੀ ਕਿ ਵੱਡੇ ਭਰਾ ਦੇ ਸ਼ੂ ਛੋਟੇ ਨੇ ਪਾ ਲੈਣੇ ਜੇ ਛੋਟੇ ਹੋ ਜਾਣੇ, ਹਨਾ, ਆਮ ਹੁੰਦਾ ਸੀ ਕਿ ਵੱਡੇ ਬੱਚੇ ਦੀ ਚੀਜ਼ ਜਿਹੜੀ ਉਹ ਛੋਟੇ ਕੱਪੜੇ ਵੀ ਜਾਂ
ਸ਼ੂਜ਼ ਕੋਈ ਵੀ ਚੀਜ਼ ਇਦਾਂ ਪਾ ਲੈਣੀ। ਪਰ ਹੁਣ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਜਿਹੜੀ ਚੀਜ਼ ਅਸੀਂ ਜ਼ਰੂਰਤ ਬਣਾ ਲਈ ਜੀ। ਕੁਆਲਿਟੀ ਵਾਈਜ਼ ਜੇ ਦੇਖੀਏ, ਹਾਂ ਬ੍ਰਾਂਡਡ ਚੀਜ਼ ਹੈ, ਅਸੀਂ ਮਹਿੰਗੀ ਲਈ, ਉਹਦੀ ਕੁਆਲਿਟੀ ਦੀ ਜੇ ਅਸੀਂ ਕਦਰ ਕਰ ਰਹੇ ਹਾਂ ਵੀ ਉਹ ਜ਼ਿਆਦਾ ਹੰਡ ਰਹੀ ਹੈ ਜੀ, ਵਧੀਆ। ਜੇਕਰ ਅਸੀਂ ਸਿਰਫ ਲੋਕ ਦਿਖਾਵੇ ਲਈ ਉਹਨਾਂ ਚੀਜ਼ਾਂ ਦੀਆਂ ਨਕਲੀ ਕਾਪੀਆਂ ਲੈ ਕੇ ਪਾ ਰਹੇ ਹਾਂ, ਉਹ ਲੋਕ ਦਿਖਾਵਾ ਹੀ ਹੈ। ਬਿਲਕੁਲ ਉਹ ਲੋਕ ਦਿਖਾਵਾ ਹੈ, ਬਿਲਕੁਲ ਸਹੀ ਗੱਲ ਆ। ਸਿਰਫ ਆਪਣੇ ਆਪ ਨੂੰ ਸੈਟੀਸਫਾਈ ਕਰਨ ਦੇ ਲਈ। ਜੇ ਅਸਲੀ ਦੀ ਵੀ ਲੈਣੀ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਉਹ ਕਿਉਂਕਿ ਬਹੁਤ ਕਾਸਟਲੀ ਨੇ, ਕੁਝ ਕੁ ਬ੍ਰਾਂਡ ਤਾਂ ਨਾ ਬਹੁਤ ਮਹਿੰਗੇ ਨੇ, ਤੇ ਉਹ ਇੱਕ ਤਾਂ ਚਲੋ ਜਿਹੜਾ ਸਰਦਾ ਬਣਦਾ ਜਿਹਦੇ ਕੋਲ ਹੈਗਾ ਪੈਸਾ ਉਹ ਤੇ ਲੈ ਹੀ ਰਿਹਾ ਆ, ਪਰ ਕੁਛ ਕੁ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਮਤਲਬ ਆਪਣੇ ਆਪ ਤੇ ਬਹੁਤ ਸਾਰਾ ਬਰਡਨ ਪਾ ਕੇ ਨਾ ਫਿਰ ਉਸ ਬ੍ਰਾਂਡ ਨੂੰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਡੈਫੀਨੇਟਲੀ ਕਾਪੀ ਹੁੰਦੀ ਆ, ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਮੈਂ ਓਰੀਜਨਲ ਹੀ ਲੈਣਾ ਆ, ਭਾਵੇਂ ਮੇਰਾ ਜਿਹੜਾ ਪਰਸ ਆ ਉਹ ਇਜਾਜ਼ਤ ਦਿੰਦਾ ਭਾਵੇਂ ਨਹੀਂ ਦਿੰਦਾ। ਕਿ ਮੈਂ ਬੜਾ ਦੁਖੀ ਆ ਕੇ, ਮੈਂ ਮਾਫ ਕਰਨਾ ਮੈਂ ਔਰਤਾਂ ਦੀ ਗੱਲ ਕਰਦੀ ਹਾਂ, ਕਿ ਘਰ ਵਾਲੇ ਕੋਲ ਵਿਚਾਰੇ ਕੋਲ ਭਾਵੇਂ ਉਹ ਘੜੀ ਵੀ ਉਦਾਂ ਦੀ ਹੋਵੇ ਪਰ ਉਹਦੇ ਕੋਲ ਜ਼ਰੂਰ ਪਰਸ ਐਨ ਟੌਪ ਦਾ ਹੋਣਾ ਚਾਹੀਦਾ ਹੈ, ਉਹ ਭਾਵੇਂ ਜਿਵੇਂ ਮਰਜ਼ੀ ਲੈ ਕੇ ਦੇਵੇ ਬੰਦਾ, ਹੈਨਾ। ਜਦੋਂ ਕਮਾਉਂਦੀਆਂ ਨੇ ਬਰਾਬਰ ਤੇ ਉਹਨਾਂ ਦਾ ਹੱਕ ਵੀ ਬਣਦਾ ਹੈ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਪਣੀਆਂ ਜੇਬਾਂ ਦੇ ਹਿਸਾਬ ਨਾਲ ਜੇਕਰ ਡਿਸੀਜਨ ਬਣਾਵਾਂਗੇ ਤੇ ਸੌਖੇ ਰਵਾਂਗੇ। ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਇਹ ਜਿਹੜੀ ਯੰਗ ਜਨਰੇਸ਼ਨ ਹੈ, ਇਹਨਾਂ ਦੀ ਸ਼ਾਇਦ ਇੰਨੀ ਮੈਚੁਰਿਟੀ ਅਜੇ ਨਹੀਂ ਹੁੰਦੀ। ਇਹਨਾਂ ਦੇ ਵਿੱਚ ਇੱਕ ਦੋ ਮੇਰੇ ਜਾਣਕਾਰ ਐਸੇ ਨੇ ਜਿਹੜੇ ਕਿ ਜਿਵੇਂ ਜੇ ਸਿੰਗਲ ਮਮ ਦੇ ਬੱਚੇ ਨੇ ਤੇ ਉਹਨਾਂ ਬੱਚਿਆਂ ਨੇ ਫੋਰਸ ਕੀਤਾ ਆਪਣੀ ਮਮ ਨੂੰ ਕਿ ਵੀ ਮੈਨੂੰ ਬ੍ਰਾਂਡਡ ਸ਼ੂਜ਼ ਚਾਹੀਦੇ ਨੇ, ਬ੍ਰਾਂਡਡ ਕੱਪੜੇ ਚਾਹੀਦੇ ਨੇ। ਉਹ ਮਾਂ ਕੱਲੀ ਘਰ ਦਾ ਗੁਜ਼ਾਰਾ ਕਰ ਰਹੀ ਹੈ, ਮੋਰਗੇਜ ਭਰ ਰਹੀ ਹੈ, ਬਾਕੀ ਸਾਰੇ ਬਿੱਲ ਭਰ ਰਹੀ ਹੈ, ਬੱਚਿਆਂ ਦੀਆਂ ਫੀਸਾਂ ਤੇ ਹੋਰ ਖਰਚੇ ਚੱਕਦੇ ਹੋਇਆ ਬੜੇ ਔਖੇ ਹੋ ਕੇ ਉਸ ਮਾਂ ਨੂੰ ਬੱਚਿਆਂ ਨੂੰ ਉਹ ਲੈ ਕੇ ਦੇਣੇ ਪਏ ਨੇ ਬ੍ਰਾਂਡਡ ਚੀਜ਼ਾਂ। ਪਰ ਮੈਂ ਬੱਚਿਆਂ ਦਾ ਕਸੂਰ ਨਹੀਂ ਮੰਨਾਂਗੀ, ਕਿਉਂਕਿ ਜੇ ਅਸੀਂ ਮਾਂ ਪਿਓ ਹੋਣ ਦੇ ਨਾਤੇ ਬੱਚਿਆਂ ਨੂੰ ਇਹ ਗੱਲਾਂ ਸਮਝਾ ਨਹੀਂ ਸਕੇ, ਸ਼ਾਇਦ ਬੱਚਿਆਂ ਨੂੰ ਲੱਗਿਆ ਕਿ ਇਹੀ ਕਲਚਰ ਆ ਤੇ ਸਾਨੂੰ ਬ੍ਰਾਂਡ ਹੀ ਪਾਉਣੇ ਪੈਣੇ ਨੇ ਆਪਣੇ ਫਰੈਂਡਸ ਦੇ ਵਿੱਚ ਆਪਣੀ ਸਾਖ ਸਹੀ ਰੱਖਣ ਦੇ ਲਈ। ਖੈਰ ਇਹ ਅਨਨੈਸੈਸਰੀ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਨੇ, ਇਹਨਾਂ ਦਾ ਭਾਰ ਮਨੋਂ ਲਾ ਦਈਏ, ਸਾਡੇ ਮਨ ਹਲਕੇ ਹੋ ਸਕਦੇ ਨੇ। ਬਿਲਕੁਲ ਸਹੀ, ਮੇਰੇ ਖਿਆਲ ਅਸੀਂ ਇੱਥੇ ਸਮੇਟ ਸਕਦੇ ਹਾਂ ਆਪਣਾ। ਹਾਂਜੀ, ਰੈਪ ਅਪ ਕਰੀਏ ਕਿਉਂਕਿ ਟੌਪਿਕਸ ਤੇ ਜਿੰਨੇ ਆਪਾਂ ਜੋੜੀ ਜਾਵਾਂਗੇ ਵਧੀ ਜਾਣੇ ਨੇ। ਸੋ ਆਪਾਂ ਜੇ ਕੁਝ ਰਹਿ ਜਾਊਗਾ ਤੇ ਅਸੀਂ ਅਗਲੀ ਵਾਰ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ। ਇਹਦਾ ਹੀ ਪਾਰਟ 2 ਬੇਸ਼ੱਕ ਦੁਬਾਰਾ ਬਣਾ ਲਾਂਗੇ ਜਦੋਂ ਸਾਨੂੰ ਦਿਮਾਗ 'ਚ ਗੱਲਾਂ ਰੁਕ ਨਹੀਂ ਸਕਦੀਆਂ ਹੈਗੀਆਂ ਇਹ। ਕੀਮਤੀ ਸਮਾਂ ਅਸੀਂ ਹੁਣ ਇੰਨਾ ਹੀ ਲੈਂਦੇ ਹਾਂ ਤੇ ਅਗਲੇ ਐਪੀਸੋਡ ਦੇ ਵਿੱਚ ਹੋਰ ਗੱਲਾਂ ਬਾਤਾਂ ਜਿਹੜੀਆਂ ਇਸੇ ਲੜੀ ਦੇ ਨਾਲ ਜੋੜਾਂਗੇ। ਤੁਸੀਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਧੰਨਵਾਦ।